ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਲੱਗਦਾ ਵੀ ਜੋ ਆਪਸੀ ਖਹਿਬਾਜ਼ੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ। ਇੱਕ ਈਗੋ ਜਿਹੜੀ ਕੋਈ ਵੀ ਕਿਸਾਨ ਜਥੇਬੰਦੀ ਆ ਉਹਨਾਂ 'ਚ ਦੇਖਣ ਨੂੰ ਮਿਲ ਰਹੀ ਆ, ਉਹ ਵੀ ਇੱਕ ਖੜੋਤ ਉਸਨੇ ਲਿਆਂਦੀ ਆ। ਹੁਣ ਕਿਸੇ ਦਾ ਮੂੰਹ ਦੂਸਰੇ ਪਾਸੇ, ਸੱਜੇ ਪਾਸੇ, ਕਿਸੇ ਦਾ ਖੱਬੇ ਪਾਸੇ, ਤਾਂ ਅਜਿਹੀਆਂ ਚੀਜ਼ਾਂ ਹੁਣ ਵਾਰ-ਵਾਰ ਕਿਉਂ ਸਾਹਮਣੇ ਆਉਂਦੀਆਂ ਕਿ ਹੁਣ ਜਿਹੜਾ ਥੋੜਾ ਬਹੁਤ ਡਰ ਬੈਠ ਗਿਆ ਅੰਦਰ ਕਿਸਾਨ ਜਥੇਬੰਦੀਆਂ ਦੇ। ਜਿਹੜੀਆਂ ਇਹ ਪ੍ਰੋਬਲਮਸ ਨੇ, ਪਹਿਲੀ ਗੱਲ ਤਾਂ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਐਲਾਨ ਨਹੀਂ ਕਰ ਦੇਣਾ ਚਾਹੀਦਾ। ਪਹਿਲਾਂ ਸਮਝ ਲੈਣਾ ਚਾਹੀਦਾ ਜਿਹੜਾ ਵੀ ਐਲਾਨ ਹੋ ਜਾਏ ਉਹਨੂੰ ਪਿੱਛੇ ਨਹੀਂ ਲੈਣਾ ਚਾਹੀਦਾ। ਤਾਂ ਫਿਰ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਕਿਉਂਕਿ ਦੀਪ ਸਿੱਧੂ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ, ਹਾਲਾਂਕਿ ਤੁਸੀਂ ਉਸ ਦਾ ਸਪਸ਼ਟ ਜਵਾਬ ਵੀ ਨਹੀਂ ਦਿੱਤਾ, ਉਹ ਜ਼ਰੂਰ ਪੁੱਛੂੰਗਾ ਫਿਰ ਕਿ ਦੀਪ ਸਿੱਧੂ ਜਿਹੜੇ ਨੇ ਉਹ ਕਿਸਾਨ ਜਥੇਬੰਦੀਆਂ ਨੂੰ ਜ਼ਿੰਮੇਵਾਰ ਮੰਨਦੇ ਆ, ਤਾਂ ਤੁਸੀਂ ਉਸ ਚੀਜ਼ ਨਾਲ ਐਗਰੀ ਕਰਦੇ ਹੋ? ਜੇ ਉਹ ਐਜੀਟੇਸ਼ਨ ਲੜਨਾ ਚਾਹੁੰਦੇ ਆ, ਜੇ ਉਹ ਪੰਜਾਬ ਲਈ ਚਾਹੁੰਦੇ ਆ, ਤਾਂ ਉਹ ਸਹਿਯੋਗੀ ਇੱਕ ਪਾਵਰ ਹੋ ਸਕਦੇ ਨੇ। ਪਰ ਮਾਈਂਡ ਜਿਹੜੀ ਗੇਮ ਖੇਡੀ ਜਾ ਰਹੀ ਹੈ ਕੇਂਦਰ ਸਰਕਾਰ ਦੁਆਰਾ, ਉਹਦੇ 'ਚ ਕਿਤੇ ਨਾ ਕਿਤੇ ਫੇਲ ਹੁੰਦੀ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਜੋ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਤੁਸੀਂ ਆਪਣੀ ਛੱਬੀ ਬਣਾਓ, ਅਸੀਂ ਆਪਣੀ ਛੱਬੀ ਬਣਾਵਾਂਗੇ। ਉਸ ਤੋਂ ਬਾਅਦ ਕਾਮਰੇਡ ਵਰਸਸ ਸਿੱਖ ਜਿਹੜਾ ਵਿਚਾਰ ਉਹ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੇ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹਨਾਂ ਨੂੰ ਜਿਹੜਾ ਤੋੜਨ ਦੇ ਵਿੱਚ ਕਿਸਾਨ ਜਥੇਬੰਦੀਆਂ ਹਜੇ ਕਾਮਯਾਬ ਨਹੀਂ ਹੋ ਰਹੀਆਂ। ਇੰਨਾ ਸੀਨੀਅਰ ਲੀਡਰ ਨੇ, ਪਹਿਲਾਂ ਸੀਐਮ ਰਹਿ ਚੁੱਕੇ ਨੇ। ਜੇ ਤੁਹਾਨੂੰ ਸਟੇਟਸ ਦਾ ਪਤਾ ਹੀ ਨਹੀਂ ਤੁਹਾਡੇ ਕੋਲ ਕੀ ਸਰਮਾਇਆ ਹੈ, ਤੁਸੀਂ ਉਸ ਸਰਮਾਏ ਦੇ ਵਿੱਚ ਕਿਵੇਂ ਕੌਨਫੀਡੈਂਸ ਨਾਲ ਬੋਲਿਆ ਵੀ ਅਸੀਂ ਕਰਜ਼ਾ ਕੁਕਰੀ ਮਾਫ ਕਰ ਦਾਂਗੇ, ਤੁਹਾਡਾ ਪੂਰਾ ਕਰਜ਼ਾ ਮਾਫ ਕਰਾਂਗੇ। ਆਪਣਾ ਸਰਕਾਰ ਬਣਾਉਣ ਨੂੰ ਸਾਡੇ ਸੈਂਟੀਮੈਂਟ ਯੂਜ਼ ਕੀਤੇ ਨੇ, ਸਾਡੇ ਗੁਰੂ ਸਾਹਿਬ ਦਾ ਨਾਮ ਵਰਤਿਆ ਗਿਆ। ਮੈਂ ਕਹਿੰਦਾ ਜੇ ਬੇਅਦਬੀ ਅਕਾਲੀ ਸਰਕਾਰ ਵੇਲੇ ਹੋਈ ਸੀ ਤਾਂ ਬੇਅਦਬੀ ਇਹਨਾਂ ਨੇ ਸਾਡੇ ਗੁਰਕਾ ਸਾਹਿਬ ਦੀ ਵੀ ਕੀਤੀ ਆ। ਬੱਤੀ ਹੋਣੀ ਨਹੀਂ ਚਾਹੀਦੀਆਂ। ਪਹਿਲਾਂ ਆਪਾਂ ਇਹ ਸਮਝ ਲਈਏ, ਜੇ ਆਪਾਂ ਆਪਣੀ ਛੋਟੀ ਜਿਹੀ ਸਟੇਟ ਪੰਜਾਬ ਬਾਰੇ ਸੋਚੀਏ ਇਹ ਕਿਉਂ ਹੋਈਆਂ, ਕਿੰਨੇ ਰੀਜ਼ਨਸ ਆ, ਇਹਦਾ ਤਾਂ ਬਹੁਤ ਵੱਡਾ ਇੱਕ ਗ੍ਰਾਫ ਬਣ ਸਕਦਾ। ਤੁਹਾਡੀ ਗੱਲ ਕੀਤੀ ਜਾਵੇ ਕਿ ਹਰਮੀਤ ਕਾਦੀਆ 2022 ਇਲੈਕਸ਼ਨ ਦੇ ਵਿੱਚ ਕਿਸੇ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਆ? ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਕਿਸਾਨ ਅੰਦੋਲਨ ਦੀ ਗੱਲ ਕਰਾਂਗੇ ਜੋ ਲਗਾਤਾਰ ਅੱਗੇ ਵਧਦਾ ਜਾ ਰਿਹਾ। 6 ਮਹੀਨੇ ਹੋ ਚੁੱਕੇ ਨੇ, ਪਰ ਦੂਸਰੇ ਪਾਸੇ ਕੇਂਦਰ ਸਰਕਾਰ ਜੋ 3 ਖੇਤੀ ਕਾਨੂੰਨ ਨੇ ਉਸ ਨੂੰ ਰੱਦ ਕਰਨ ਦਾ ਨਾਮ ਨਹੀਂ ਲੈ ਰਹੀ। ਪਰ ਕਿਸਾਨ ਨੇ ਜਿਹੜੇ ਵੱਖੋ-ਵੱਖ ਬਾਰਡਰਾਂ 'ਤੇ ਡਟੇ ਹੋਏ ਨੇ। ਅਜਿਹੇ ਦੇ ਵਿੱਚ 11 ਦੌਰ ਦੀ ਗੱਲਬਾਤ ਹੋ ਚੁੱਕੀ ਆ, ਤੇ 11 ਵਾਰ ਦੀ ਜਦੋਂ ਗੱਲਬਾਤ ਹੋਈ ਉਸ ਤੋਂ ਬਾਅਦ ਇੱਕ ਤਰ੍ਹਾਂ ਬ੍ਰੇਕ ਲੱਗ ਗਿਆ ਸੀਗਾ। 4 ਮਹੀਨੇ ਹੋ ਗਏ ਗੱਲਬਾਤ ਨਹੀਂ ਹੋ ਰਹੀ, ਤਾਂ ਮੁੜ ਤੋਂ ਹੁਣ ਸੰਯੁਕਤ ਕਿਸਾਨ ਮੋਰਚੇ ਦੁਆਰਾ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਆ। ਤਾਂ ਸਾਡੇ ਨਾਲ ਨੇ ਕਿਸਾਨ ਆਗੂ ਹਰਮੀਤ ਕਾਦੀਆਂ, ਉਹਨਾਂ ਤੋਂ ਪੁੱਛਦੇ ਆ ਆਖਿਰਕਾਰ ਅੰਦੋਲਨ ਹੁਣ ਕਿੱਥੇ ਪਹੁੰਚ ਚੁੱਕਿਆ। ਜੋ ਚਿੱਠੀ ਲਿਖੀ ਆ ਉਸ ਦੇ ਕੀ ਮਾਇਨੇ ਨੇ? ਤਾਂ ਕਾਦੀਆਂ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਵਾਗਤ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਦੀਆਂ ਸਾਹਿਬ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ 6 ਮਹੀਨੇ ਹੋ ਚੁੱਕੇ ਨੇ ਅੰਦੋਲਨ ਨੂੰ, ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਤਾਂ ਤੁਹਾਡਾ ਤਜਰਬਾ ਹੁਣ ਤੱਕ ਦਾ ਕੀ ਕਹਿੰਦਾ ਅੰਦੋਲਨ ਦਾ? 26 ਤਰੀਕ ਨੂੰ ਆਪਣੇ ਮਈ ਨੂੰ ਇਹ ਪੂਰੇ 6 ਮਹੀਨੇ ਹੋਏ ਨੇ ਆ। 26 ਨੂੰ ਅਸੀਂ ਇੱਥੇ ਪ੍ਰੋਗਰਾਮ ਰੱਖਿਆ ਸੀ, 26 27 ਨੂੰ, 25 ਨੂੰ ਤੁਰੇ ਆ ਪੰਜਾਬ ਤੋਂ। ਤਾਂ ਹੁਣ ਤੱਕ ਦਾ ਜਿਹੜਾ ਸਬਰ ਸੰਤੋਖ ਦਿਖਾਇਆ ਕਿਸਾਨਾਂ ਨੇ, ਆਪ ਦੀ ਜਿਹੜੀ ਗੱਲ ਰੱਖਣ ਆਏ ਆ ਸਰਕਾਰ ਕੋਲ ਵੀ 3 ਜਿਹੜੇ ਕਾਨੂੰਨ ਸੀ, ਜਦੋਂ ਇਹ ਆਰਡੀਨੈਂਸ ਦੇ ਵਿੱਚ ਸੀ ਉਦੋਂ ਹੀ ਵਿਰੋਧ ਹੋ ਗਿਆ ਸੀਗਾ। ਇਹ 5 ਜੂਨ ਜਿਹੜਾ ਹੁਣ ਸਮਾਂ ਆਉਣ ਵਾਲਾ ਵਾ, ਉਦੋਂ ਆਰਡੀਨੈਂਸ ਇਹ ਕੋਵਿਡ-19 ਦੇ ਵਿੱਚ ਆਏ ਆ। ਉਸ ਤੋਂ ਬਾਅਦ ਇਹਦਾ ਵਿਰੋਧ ਸ਼ੁਰੂ ਹੋ ਗਿਆ, ਤੇ ਵਿਰੋਧ ਦੇ ਵਿੱਚ ਇਹ ਬਿੱਲ ਤਿਆਰ ਹੋ ਗਿਆ ਤੇ ਕਾਨੂੰਨ ਬਣ ਗਿਆ। ਕਾਨੂੰਨ ਬਣਨ ਤੋਂ ਬਾਅਦ ਫਿਰ ਇਹ ਪਹਿਲਾਂ ਅਸੀਂ 2 ਮਹੀਨੇ ਪੰਜਾਬ 'ਚ ਇਹਦਾ ਐਜੀਟੇਸ਼ਨ ਕੀਤੀ, ਉਸ ਤੋਂ ਬਾਅਦ ਦਿੱਲੀ ਦੀ ਕੂਚ ਕੀਤੀ। ਦਿੱਲੀ ਦੀ ਕੂਚ ਹੁਣ 6 ਮਹੀਨੇ ਦੇ ਟਾਈਮ ਹੋ ਗਈ ਆ। ਇਹਦੇ ਵਿੱਚ ਸਫਲਤਾ ਇੱਕ ਤਾਂ ਨਿਮਰਤਾ ਦਿਖਾ ਕੇ ਸ਼ਾਂਤਮਈ ਅੰਦੋਲਨ, ਜਿਹੜਾ ਡੈਮੋਕ੍ਰੈਟਿਕ ਹੱਕ ਆ ਕਿਸਾਨਾਂ ਦਾ ਜਾਂ ਕਿਸੇ ਵੀ ਆਵਾਮ ਦਾ ਹੱਕ ਹੁੰਦਾ, ਉਹ ਅਸੀਂ ਕਰ ਰਹੇ ਹਾਂ। ਪਰ ਸਰਕਾਰ ਜਿਹੜੀ 22 ਤਰੀਕ ਤੋਂ ਬਾਅਦ ਲਗਾਤਾਰ ਪਹਿਲਾਂ ਮੈਰਾਥਨ ਮੀਟਿੰਗਾਂ ਕਰਨ ਤੋਂ ਬਾਅਦ ਦੁਬਾਰਾ ਜਿਹੜੀਆਂ ਮੀਟਿੰਗਾਂ ਨਹੀਂ ਕਰ ਰਹੀ, ਉਹ ਸਰਕਾਰ ਦਾ ਇੱਕ ਬਹੁਤ ਨੈਗੇਟਿਵ ਪਾਰਟ ਕ੍ਰੀਏਟ ਹੋ ਰਿਹਾ। ਜਿਹੜੀ ਆਮ ਆਪਣੇ ਕਿਸਾਨਾਂ ਦੀ ਉਹ ਆਵਾਜ਼ ਨਹੀਂ ਸੁਣ ਰਹੇ। ਜਿੱਥੇ ਕਿ ਬੜੇ ਇਲਜ਼ਾਮ ਲੱਗੇ ਪਹਿਲਾਂ ਵੀ ਇਹ ਕਿਸੇ ਪੋਲੀਟੀਕਲ ਪਾਰਟੀ ਦੇ ਭੜਕਾਏ ਹੋਏ ਨੇ, ਜਾਂ ਫਿਰ ਕਮਿਊਨਿਸਟ ਨੇ, ਜਾਂ ਇਹ ਕਾੜਕੂ ਨੇ, ਜਾਂ ਇਹ ਖਾਲਿਸਤਾਨੀ ਨੇ, ਜਾਂ ਇਹ ਕਿਸ ਤਰ੍ਹਾਂ ਦੇ, ਉਹ ਸਾਰੇ ਇਲਜ਼ਾਮਾਂ ਦੇ ਵਿੱਚੋਂ ਨਿਕਲਦੇ ਹੋਏ ਅਸੀਂ ਪਾਕ ਤੇ ਸਾਫ਼ ਹੋ ਕੇ ਅਲਟੀਮੇਟਲੀ ਇਹਨਾਂ ਨੂੰ ਹੁਣ ਮੰਨਣਾ ਪੈ ਰਿਹਾ ਵੀ ਇਹ ਕਿਸਾਨ ਬੈਠੇ ਨੇ, ਨਾ ਤਾਂ ਇਹ ਕਿਸੇ ਪੋਲੀਟੀਕਲ ਪਾਰਟੀ ਦੇ ਭੜਕਾਏ ਹੋਏ ਨੇ। ਜੇ ਪੰਜਾਬ ਸੀ ਤਾਂ ਕਿਸੇ ਹੋਰ ਪਾਰਟੀ ਦਾ ਨਾਮ ਲਾਇਆ ਜਾਂਦਾ ਸੀ, ਹੁਣ ਤਾਂ ਹਰਿਆਣੇ ਦੀ ਜੂਹਾਂ ਦੇ ਉੱਤੇ ਬੈਠੇ ਆ। ਤਾਂ ਇਸ ਕਰਕੇ ਇਹਨਾਂ ਦਾ ਰਾਜ ਆ ਇੱਥੇ, ਤਾਂ ਵੀ ਬੈਠੇ ਆ। ਤੇ ਸਾਰੇ ਲੋਕ ਜਿਹੜੀ ਪੰਜਾਬ ਨੂੰ ਕਹਿੰਦੇ ਸੀ ਇਕੱਲਾ ਪੰਜਾਬ ਹੈ ਦੀ, ਪੰਜਾਬ ਜੋ ਦਿੱਲੀ ਦੀ ਰੂਹਾਂ ਤੇ ਆ ਕੇ ਖੜ ਗਿਆ, ਨਾਲ ਹਰਿਆਣਾ, ਰਾਜਸਥਾਨ, ਉੱਤਰਾਖੰਡ, ਯੂਪੀ, ਮੱਧ ਪ੍ਰਦੇਸ਼ ਸਾਰੇ ਆਵਾਜ਼ ਚਲੇਗੀ। ਹੁਣ ਇਹ ਆਵਾਜ਼ ਇੰਟਰਨੈਸ਼ਨਲ ਲੈਵਲ 'ਤੇ ਵੀ ਜਾ ਚੁੱਕੀ ਹੈ, ਤੇ ਭਾਰਤ ਦੇ ਹਰ ਕਿਸਾਨਾਂ ਦੇ ਤੱਕ ਜਾ ਚੁੱਕੀ ਆ। ਮੱਧ ਪ੍ਰਦੇਸ਼ ਦੇ ਵਿੱਚ ਜਦੋਂ ਸਾਡੇ ਮੰਤਰੀ ਗਏ, ਐਗਰੀਕਲਚਰ ਮੰਤਰੀ, ਉੱਥੇ ਕ੍ਰਿਸ਼ੀ ਮੰਤਰੀ ਗਏ, ਤਾਂ ਉਹਨਾਂ ਦੀ ਕਾਰ ਘੇਰੀ ਉਹਨਾਂ ਦੇ ਆਪ ਦੇ ਏਰੀਏ ਦੇ ਵਿੱਚ। ਤਾਂ ਇੱਕ ਕਿਸਾਨ ਨੂੰ ਇਹ ਪਤਾ ਲੱਗ ਗਿਆ ਜਿਹੜੇ ਲਾਅ ਨੇ ਸਾਡੇ ਉਲਟ ਨੇ। ਤੇ ਇਹ ਜਿਹੜੀ ਕਾਮਯਾਬੀ ਸਭ ਤੋਂ ਵੱਡੀ ਹੈ ਵੀ ਹਰ ਕਿਸਾਨ ਤੱਕ ਅਸੀਂ ਆਪਣੀ ਜਿਹੜੀ ਇਹਦੀ 3 ਲਾਅ ਦੀ ਵਿਰੋਧਤਾ
ਤੇ ਜਿਹੜੇ ਦੇ ਨੁਕਸਾਨ ਨੇ ਉਹ ਅਸੀਂ ਪਹੁੰਚਾ ਚੁੱਕੇ। ਜੀ ਕਾਦੀ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਟਰਨੈਸ਼ਨਲ ਲੈਵਲ ਤੱਕ ਇਹ ਅੰਦੋਲਨ ਪਹੁੰਚ ਚੁੱਕਿਆ, ਜਿਹੜੀ ਆਵਾਜ਼ ਹਰ ਕੋਨੇ ਤੱਕ ਪਹੁੰਚ ਚੁੱਕੀ ਹੈ, ਪਰ ਆਵਾਜ਼ ਜਿਹੜੀ ਕੇਂਦਰ ਸਰਕਾਰ ਦੇ ਕੰਨਾਂ ਤੱਕ ਕਿਉਂ ਨਹੀਂ ਪਹੁੰਚ ਰਹੀ? 4 ਮਹੀਨੇ ਹੋ ਗਏ ਗੱਲਬਾਤ ਨਹੀਂ ਹੋਈ, ਤਾਂ ਜੋ ਚਿੱਠੀ ਲਿਖੀ ਗਈ ਆ ਉਸ ਦੇ ਕੀ ਮਾਇਨੇ ਸਮਝੇ ਜਾਣ? ਆਖਿਰਕਾਰ 4 ਮਹੀਨੇ ਬਾਅਦ ਹੀ ਚਿੱਠੀ ਲਿਖਣ ਦੀ ਜ਼ਰੂਰਤ ਕਿਉਂ ਪੈ ਗਈ? ਦੇਖੋ, ਜਿਹੜੀ ਪਹਿਲਾਂ ਇਲਜ਼ਾਮ ਲੱਗਦੇ ਸੀ ਵੀ ਕਿਸੇ ਦੇ ਭੜਕਾਏ ਆ, ਜਿਹੜੇ ਮੈਂ ਪਹਿਲਾਂ ਗੱਲ ਕਲੀਅਰ ਕੀਤੀ ਆ, ਜਾਂ ਕਹਿੰਦੇ ਸੀ ਵੀ ਕਿਸਾਨ ਅਨਪੜ੍ਹ ਨੇ, ਇਹਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਿਹਾ। ਸਰਕਾਰ ਦੀ ਡੈਫੀਨੇਸ਼ਨ ਇਹ ਆਉਂਦੀ ਸੀ ਵੀ ਇਹ ਕਾਨੂੰਨ ਇਹਨਾਂ ਦੇ ਭਲੇ ਲਈ ਆ, ਇਹਨਾਂ ਦੀ ਤਰੱਕੀ ਦੇਣਗੇ ਜਾਂ ਦੁਗਣੀ ਆਮਦਨ ਕਰਨਗੇ। ਉਹ ਜਿਹੜੇ ਇਹ ਸਾਨੂੰ ਤੱਤ ਦਿੰਦੇ ਸੀ, ਉਸ ਤੱਤ ਸਾਰੇ ਫੇਲ ਹੋ ਗਏ। 11 ਜਿਹੜੀ ਦੌਰ ਦੀ ਮੀਟਿੰਗ ਹੋਈ ਉਹਦੇ 'ਚ ਅਮੈਂਡਮੈਂਟ ਤੇ ਆ ਗਏ, ਅਮੈਂਡਮੈਂਟ ਤੋਂ ਬਾਅਦ 1.5 ਸਾਲ ਦੀ ਫਰੀਜ਼ ਤੇ ਆ ਗਏ, ਤਾਂ ਉਹਦੇ ਵਿੱਚ ਕਾਨੂੰਨ ਦਾ ਪਹਿਲਾਂ ਹੀ ਕਚੂੰਬਰ ਨਿਕਲ ਗਿਆ, ਕਿਉਂਕਿ ਉਹ ਆਪ ਮੰਨ ਗਏ ਵੀ ਅਮੈਂਡਮੈਂਟ ਕਰ ਲਓ। ਜੇ ਉਹ 2 ਮੀਟਿੰਗਾਂ ਤੋਂ ਬਾਅਦ 4 ਮੀਟਿੰਗਾਂ ਤੋਂ ਬਾਅਦ ਉਹ ਫਰੀਜ਼ ਕਰਨ ਨੂੰ ਮੰਨ ਗਏ, ਤਾਂ ਫਿਰ ਲਾਅ ਲਿਆਉਣ ਦੀ ਲੋੜ ਕੀ ਸੀ? ਹੁਣ ਜਿਹੜੀ ਗੱਲ ਆ ਚਿੱਠੀ ਦੀ, ਵੀ ਇਹ ਉਹ ਸਾਬਤ ਹੋ ਚੁੱਕੀ ਸੀ। ਉਸ ਤੋਂ ਬਾਅਦ ਇਹ ਉਸ ਤੋਂ ਭੱਜ ਰਹੇ ਸੀ, ਕਹਿੰਦੇ ਕਿਸਾਨ ਜਥੇਬੰਦੀਆਂ ਟੇਬਲ ਟਾਕ ਤੋਂ ਭੱਜ ਰਹੀਆਂ ਨੇ, ਗੱਲ ਨਹੀਂ ਕਰ ਰਹੀਆਂ। ਇਹ ਚਿੱਠੀ ਤਾਂ ਲਿਖੀ ਗਈ ਆ ਕਿਉਂਕਿ 22 ਤਰੀਕ ਤੋਂ ਬਾਅਦ ਟੇਬਲ ਟਾਕ ਨਾ ਹੋਣੀ ਜਾਂ ਗੱਲਬਾਤ ਸਰਕਾਰ ਦੀ ਨਾ ਕਰਨੀ, ਇਸ ਨਾ ਕਾਮਯਾਬੀ ਸਰਕਾਰ ਦੀ ਮੰਨੀ ਆ। ਅਸੀਂ ਆਪਣਾ 4 ਮਹੀਨੇ ਦਾ ਘੱਟੋ ਘੱਟ ਸਬਰ ਸੰਤੋਖ ਰੱਖ ਕੇ ਬਿਲਕੁਲ ਸ਼ਾਂਤਮਈ ਅੰਦੋਲਨ ਖੜਾ ਕਰਕੇ ਇਹਨਾਂ ਨੂੰ ਦਿਖਾਤਾ, ਤਾਂ ਵੀ ਇਹਨਾਂ ਦੇ ਕੰਨ ਦੀ ਆਵਾਜ਼ ਨਹੀਂ ਸੁਣੀ। ਇਲੈਕਟ੍ਰੋਨਿਕ ਪੋਲਿਟਿਕਸ ਦੇ ਵਿੱਚ ਜਿਹੜੇ 'ਚ ਦੱਸਦੇ ਸੀ ਵੀ ਅਸੀਂ GST ਜੇ ਅਸੀਂ ਲਾਈ ਆ ਤਾਂ ਅਸੀਂ ਤਾਂ ਵੀ ਜਿੱਤ ਗਏ, ਜੇ ਨੋਟਬੰਦੀ ਕੀਤੀ ਤਾਂ ਵੀ ਜਿੱਤ ਗਏ, ਤੇ ਆਪਦੀ ਇਲੈਕਟ੍ਰੋਨਿਕ ਪੋਲਿਟਿਕਸ ਨੂੰ ਗਿਣਦੇ ਸੀ ਵੀ ਫਲਾਨੀ ਜਗ੍ਹਾ ਅਸੀਂ ਅਸੈਂਬਲੀ ਜਿੱਤ ਗਏ। ਉਹ 'ਚ ਵੀ ਬੰਗਾਲ ਦੇ ਵਿੱਚ ਤੇ ਹੁਣ ਜਿਹੜੀ ਪੰਚਾਇਤੀ ਚੋਣਾਂ ਹੋਈਆਂ ਮੱਧ ਪ੍ਰਦੇਸ਼ ਦੇ ਵਿੱਚ ਤੇ UP ਦੇ ਵਿੱਚ, ਉੱਥੇ ਇਹਨਾਂ ਨੂੰ ਪੇਂਡੂ ਇਲਾਕਿਆਂ ਦੇ ਵਿੱਚ ਜਿਹੜੀ ਵੀ ਪੰਚਾਇਤੀ ਚੋਣਾਂ ਹੋਈਆਂ ਉੱਥੇ ਮਾਤ ਖਾਣੀ ਪਈ। ਇਲੈਕਟ੍ਰੋਨਿਕ ਪੋਲਿਟਿਕਸ ਤੱਕ ਵੀ ਇਹਨਾਂ ਦੇ ਫੇਲ ਹੋਇਆ ਵੀ ਜਿਹੜਾ ਤੁਸੀਂ ਲਾਅ ਬਣਾ ਰਹੇ ਹੋ ਇਹਦਾ ਤੁਹਾਡਾ ਇੰਪੈਕਟ ਗਲਤ ਪੈ ਰਿਹਾ ਤੇ ਆਉਣ ਵਾਲੇ ਸਮਾਂ ਕਾਲਾ ਹੋਊਗਾ। ਪਰ ਹੁਣ ਜਿਹੜੀ ਚਿੱਠੀ ਲਿਖਣਾ, ਇਹਦਾ ਮਤਲਬ ਇਹ ਆ ਵੀ 4 ਮਹੀਨੇ ਦਾ ਸਬਰ ਸੰਤੋਖ ਤੋਂ ਬਾਅਦ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਵੀ ਗਵਰਨਮੈਂਟ ਟੇਬਲ ਟਾਕ ਤੋਂ ਭੱਜੀ ਆ, ਨਾ ਕਿ ਕਿਸਾਨ ਭੱਜੇ, ਨਾ ਜਥੇਬੰਦੀ ਭੱਜੀ ਆ, ਨਾ SKM ਵੱਲੋਂ ਚਿੱਠੀ ਲਿਖ ਕੇ ਇਹ ਸਾਬਤ ਕੀਤਾ ਜਾ ਰਿਹਾ ਵੀ ਅਸੀਂ ਬੈਠੇ ਆ। ਕਿਤੇ ਗਲਤ ਪ੍ਰਚਾਰ, ਕਿਤੇ ਜਿਹੜੇ ਵੱਡੇ ਮੀਡੀਆ ਨੇ ਉਹਨਾਂ ਦੇ ਵਿੱਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਬਾਹਰ ਵੀ ਕਿਸਾਨ ਗੱਲਬਾਤ ਲਈ ਰਾਜੀ ਨਹੀਂ ਹੈ, ਕਿਸਾਨ ਅੜ ਰਹੇ ਨੇ, ਤੇ ਇਹਦੇ ਵਿੱਚ ਸਰਕਾਰ ਅੜ ਰਹੀ ਹੈ। ਸਰਕਾਰ ਗੱਲਬਾਤ ਤੋਂ ਭੱਜੀ ਆ। ਜਿਹੜੇ ਪ੍ਰਮੁੱਖ ਚਿਹਰੇ ਨੇ ਇਸ ਟਾਈਮ ਸੈਂਟਰ ਸਰਕਾਰ ਦੇ, ਉਹਨਾਂ ਨੇ ਇੱਕ ਵਰਡ ਵੀ ਇਹਨਾਂ ਕਿਸਾਨਾਂ ਵਾਸਤੇ ਨਹੀਂ ਬੋਲਿਆ। 400 ਤੋਂ ਉੱਪਰ ਸ਼ਹੀਦ ਹੋ ਗਏ, ਉਹਨਾਂ ਵਾਸਤੇ ਕੁਝ ਨਹੀਂ ਬੋਲਿਆ। ਜਿਵੇਂ ਹੁਣ ਪਿਛਲੇ ਮੀਂਹ ਝੱਖੜ ਆਇਆ ਉਹ ਵੀ ਜਰਿਆ, ਜਿਹੜੀ COVID-19 ਦਾ ਇੱਥੇ ਇਹਦਾ ਮਹਾਮਾਰੀ ਫੈਲੀ ਹੋਈ ਆ ਉਹਦੇ ਵਿੱਚ ਵੀ ਅਸੀਂ ਆਪਣਾ ਅੰਦੋਲਨ ਚਲਾ ਰਹੇ ਹਾਂ। ਤਾਂ ਇਹ ਲਾਅ ਕਿਤੇ ਉਹ ਤੋਂ ਵੀ ਭੈੜੇ ਨੇ, ਮਹਾਮਾਰੀ ਤੋਂ ਵੀ ਭੈੜੇ ਨੇ, ਵੀ ਇਹ ਇੱਕ ਜਨਰੇਸ਼ਨ ਨੂੰ ਨਹੀਂ, ਇਹ ਕਿੰਨੀਆਂ ਜਨਰੇਸ਼ਨਾਂ ਨੂੰ ਇੱਥੇ ਖਤਮ ਕਰ ਦੇਣਗੀਆਂ। ਸੋਸ਼ਲ ਸਿਸਟਮ ਖਤਮ ਹੋ ਜਾਊਗਾ, ਇਕਨੋਮਿਕਲ ਸਿਸਟਮ ਖਤਮ ਹੋ ਜਾਊਗਾ। ਇਸ ਲਈ ਅਸੀਂ ਇਹ ਲਾਅ ਲਈ ਬੈਠੇ ਹਾਂ। ਹੁਣ ਚਿੱਠੀ ਲਿਖਣਾ ਸਾਡਾ ਇਹਦਾ ਅੰਤ ਇਹੀ ਬਣਦਾ ਵੀ ਅਸੀਂ ਆਪਣੇ ਟੇਬਲ ਟਾਕ ਲਈ ਤਿਆਰ ਆ, ਸਰਕਾਰ ਗੱਲਬਾਤ ਤੋਂ ਭੱਜ ਰਹੀ ਜੀ। ਤਾਂ ਕਾਦੀ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਜੋ ਪਹਿਲਾਂ ਇਹ ਕਹਿ ਰਹੀ ਸੀ ਕਾਨੂੰਨ ਬਹੁਤ ਵਧੀਆ, ਉਸ ਤੋਂ ਬਾਅਦ ਸੋਧਾਂ ਦੀ ਗੱਲ ਆਉਂਦੀ ਆ, 3 ਸਾਲ ਲਈ ਸਸਪੈਂਡ ਕਰਨ ਦੀ ਗੱਲ ਆਉਂਦੀ ਆ, ਤਾਂ ਕੁਝ ਕਿਸਾਨ ਆਗੂ ਨੇ, ਤਾਂ ਮੈਂ ਨਾਮ ਵੀ ਲਵਾਂਗਾ ਸੁਰਜੀਤ ਫੂਲ, ਜੋ ਓਪਨਲੀ ਆ ਕੇ ਕਹਿੰਦੇ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਉਹ ਸਸਪੈਂਡ ਕਰਾਉਣ ਦੇ ਲਈ ਮੰਨ ਗਈਆਂ ਸੀ। ਤਾਂ ਲੱਗਦਾ ਵੀ ਕੇਂਦਰ ਸਰਕਾਰ ਇਸ ਚੀਜ਼ ਦੀ ਸ਼ਹਿ ਲਈ ਆ, ਕਿਉਂਕਿ ਜੋ ਕਿਸਾਨ ਜਥੇਬੰਦੀਆਂ ਨੇ ਕੁਝ ਪਹਿਲਾਂ ਹੀ ਮੰਨੀਆਂ ਨੇ, ਤਾਂ ਇਸੇ ਲਈ ਹੁਣ ਰੱਦ ਕਰਨ ਦੀ ਜਿਹੜੀ ਗੱਲ ਆ ਉਹ ਅੱਗੇ ਨਹੀਂ ਤੁਰ ਰਹੀ। ਨਹੀਂ, ਰੱਦ ਕਰਨ ਦੀ ਗੱਲ ਨਹੀਂ ਹੁੰਦੀ। ਜਦੋਂ ਇੱਕ ਜਥੇਬੰਦੀਆਂ ਜੁੜੀਆਂ ਨੇ, ਆਪਾਂ ਸਾਰੇ ਜਾਣਦੇ, ਤੁਸੀਂ ਵੀ ਜਾਣਦੇ ਹੋ, ਰੋਜ਼ ਸਾਨੂੰ ਕਵਰ ਕਰਦੇ ਹੋ, ਹਰ ਅਲੱਗ-ਅਲੱਗ ਆਈਡੀਓਲੋਜੀ ਦੀ ਇੱਕ ਜਥੇਬੰਦੀਆਂ ਨੇ, ਹਰ ਤਰ੍ਹਾਂ ਦੀਆਂ ਨੇ। ਇਹ ਪਹਿਲੀ ਵਾਰ ਹੋਇਆ ਵੀ ਏਕਾ ਕਿਸਾਨੀ ਤੌਰ ਤੇ ਆਵਾਮ ਵਾਸਤੇ ਏਕਾ ਜਥੇਬੰਦੀਆਂ ਨੇ ਕੀਤਾ। ਨਹੀਂ ਤਾਂ ਇਹੀ ਕਿਹਾ ਜਾਂਦਾ ਸੀ ਆਪਣੀਆਂ ਪ੍ਰਧਾਨਗੀਆਂ ਖਾਤਰ ਇਹ ਆਪਦੀ ਤਾਰ ਸਮਝ ਲਓ ਬੋਲਦੇ ਆ ਜਾਂ ਆਪਣੀ ਲੈਂਗੁਏਜ ਗੱਲ ਕਰਦੇ ਆ। ਅਲੱਗ-ਅਲੱਗ ਆਈਡੀਓਲੋਜੀ, ਅਲੱਗ-ਅਲੱਗ ਫੇਸ, ਅਲੱਗ-ਅਲੱਗ ਤਰੀਕੇ ਨਾਲ ਲੜਾਈ ਲੜਨ ਵਾਲੇ ਲੋਕ। ਦੇਖੋ, ਕੋਈ ਲੜਾਈ ਲੜਦਾ ਹਥਿਆਰਬੰਦ, ਕੋਈ ਲੜਦਾ ਕਲਮ ਦੀ, ਕੋਈ ਲੜਦਾ ਐਜੀਟੇਸ਼ਨ ਦੀ, ਕੋਈ ਲੜਦਾ ਐਜੀਟੇਸ਼ਨ ਸ਼ਾਂਤਮਈ ਤਰੀਕੇ ਨਾਲ, ਕੋਈ ਲੜਾਈ ਕਿਸੇ ਵੀ ਹੱਦ ਤੱਕ ਲੜ ਸਕਦਾ। ਇਸ ਕਰਕੇ ਜਥੇਬੰਦੀਆਂ ਦੀ ਅਲੱਗ-ਅਲੱਗ ਫਿਲਾਸਫੀ ਹੁੰਦੀ ਹੈ, ਅਲੱਗ-ਅਲੱਗ ਆਈਡੀਓਲੋਜੀ ਹੁੰਦੀ ਹੈ, ਉਹ ਆਪਣੀ ਅਲੱਗ-ਅਲੱਗ ਲੜਾਈ ਲੜਦੇ ਆ। ਪਰ ਐਤਕੀ ਮਿਨੀਮਮ ਪ੍ਰੋਗਰਾਮ 3 ਕਾਨੂੰਨਾਂ ਤੇ MSP ਤੇ ਮਿਨੀਮਮ ਪ੍ਰੋਗਰਾਮ ਬਣ ਕੇ ਇਕੱਠੇ ਹੋਏ ਨੇ। ਇਹ ਲੜਾਈ ਜਦੋਂ SKM ਫੈਸਲਾ ਕਰਕੇ ਬਾਹਰ ਨਿਕਲਦਾ ਉਹਦੇ ਤੇ ਦ੍ਰਿੜ ਖੜਦੇ ਆ। ਅੱਜ ਤੱਕ 8 ਮਹੀਨੇ ਹੋ ਗਏ, ਇੱਕ ਫੈਸਲਾ ਵੀ ਕੋਈ ਜਥੇਬੰਦੀ ਆਇਆ ਨਹੀਂ ਹੋਇਆ ਵੀ SKM ਦਾ ਫੈਸਲਾ ਹੋਵੇ, ਉਹ ਕੋਈ ਜਥੇਬੰਦੀ ਨੂੰ ਨਾ ਮਨਜ਼ੂਰ ਹੋਇਆ ਹੋਵੇ। ਜੇ ਬੇਸ਼ੱਕ ਡਿਸਕਸ਼ਨ ਦੇ ਵਿੱਚ ਕੋਈ ਵਰਡਸ ਹੋ ਸਕਦੇ ਆ, ਫੂਲ ਸਾਹਿਬ ਨੇ ਇਹ ਗੱਲ ਤੁਹਾਨੂੰ ਕਹੀ ਆ ਜਾਂ ਮੀਡੀਆ 'ਚ ਆਈ ਆ, ਉਹ ਡਿਸਕਸ਼ਨ ਦੇ ਪਾਰਟ ਹੋ ਸਕਦੇ ਨੇ, ਜਿਹੜੀ ਮੀਟਿੰਗ ਦੇ ਪਾਰਟ ਹੋ ਸਕਦੇ ਆ, ਪਰ ਫੈਸਲਾ ਹਮੇਸ਼ਾ SKM ਜਿਹੜਾ ਲਿਆ ਗਿਆ, ਪੰਚਾਇਤੀ ਤੌਰ ਤੇ ਲਿਆ ਗਿਆ, ਉਹ ਅੱਜ ਤੱਕ ਲੱਗਦਾ ਇਸ ਚੀਜ਼ ਨੂੰ ਆਧਾਰ ਬਣਾ ਸਕਦੀ ਹੈ ਕੇਂਦਰ ਸਰਕਾਰ, ਕਿਉਂਕਿ ਜਿੱਥੇ ਇੱਕ ਪਾਸੇ ਕਾਨੂੰਨ ਜਿਹੜੇ ਰੱਦ ਕਰਨੇ ਉਹਨਾਂ ਲਈ ਵੀ ਔਖੇ ਹੋਏ ਨੇ, ਕਿਉਂਕਿ ਉਹ ਆਪਣੀ ਸਰਕਾਰ ਜਿਹੜੀ ਉਹਨਾਂ ਦੀ ਦਾਅ ਤੇ ਲੱਗੀ ਹੋਈ ਆ। ਲੱਗਦਾ ਵੀ ਇਸ ਚੀਜ਼ ਦਾ ਆਧਾਰ ਬਣਾ ਸਕਦੀ ਹੈ ਕੇਂਦਰ ਸਰਕਾਰ,
ਕਿਉਂਕਿ ਜੇਕਰ ਪੰਜਾਬ ਦੀਆਂ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਜੇਕਰ 14 ਜਥੇਬੰਦੀਆਂ ਸਸਪੈਂਡ ਕਰਨ ਲਈ ਜਿਹੜੀਆਂ ਐਗਰੀ ਨੇ, ਤਾਂ ਇਹ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਰੋੜਾ ਬਣ ਸਕਦੀ ਹੈ ਕਾਨੂੰਨ ਜਿਹੜੇ ਰੱਦ ਕਰਾਉਣ ਦੇ ਵਿੱਚ। ਜਿਹੜੀ ਉਦੋਂ ਮੀਟਿੰਗ ਹੋਈ, ਜਿਹੜੀ ਆਫਰ ਆਈ, ਉਹਦੇ ਤੇ ਡਿਸਕਸ਼ਨ ਜਿਹੜੀ ਮੀਟਿੰਗ ਦੇ ਵਿੱਚ ਹੋਈ, ਉਹ ਇੱਕ ਪਾਰਟ ਆ, ਇੱਕ ਟਾਈਮ ਆ, ਇੱਕ ਐਪੀਸੋਡ ਆ, ਇੱਕ ਪੇਜ ਆ, ਸਮਝ ਲਓ। ਉਹ ਪੇਜ ਜਦੋਂ ਪਲਟਿਆ ਗਿਆ ਉਹ ਗੱਲ ਖਤਮ ਹੋ ਗਈ। ਉਦੋਂ ਬਾਅਦ ਕੋਈ ਆਫਰ ਨਹੀਂ ਆਈ, ਕੋਈ ਸਰਕਾਰ ਨਾਲ ਗੱਲ ਨਹੀਂ। ਜਿਹੜਾ ਫੈਸਲਾ ਲਿਆ SKM ਨੇ ਉਹ ਦ੍ਰਿੜ ਲੈ ਲਿਆ ਵੀ ਅਸੀਂ ਤਾਂ ਜੀ 3 ਕਾਨੂੰਨ ਵਾਪਸ ਕਰਾਉਣੇ ਆ, ਨਾ ਤਾਂ ਜੀ ਫਰੀਜ਼ ਦੇ ਚੱਕਰ 'ਚ ਵੀ ਦੁਬਾਰਾ ਇਹ ਤੇ ਡਿਸਕਸ ਹੀ ਨਹੀਂ ਕਰਨਾ ਚਾਹੁੰਦੇ ਅਸੀਂ, ਕਿਉਂਕਿ ਜਦੋਂ ਆਰਡੀਨੈਂਸ ਬਣਿਆ ਸੀ ਉਦੋਂ ਹੀ ਅਸੀਂ ਮਤਲਬ ਇਹਦੇ ਵਿੱਚ ਵਿਰੋਧਤਾ ਸ਼ੁਰੂ ਕਰ ਲਈ ਸੀ। ਕਾਨੂੰਨ ਬਣਾਉਣਾ ਨਹੀਂ ਚਾਹੀਦਾ ਸੀ ਆਰਡੀਨੈਂਸ ਵੇਲੇ, ਜਦੋਂ ਐਜੀਟੇਸ਼ਨ ਚੱਲ ਰਹੀ ਸੀ। ਸਰਕਾਰ ਨੂੰ ਬੁਲਾ ਲੈਣਾ ਚਾਹੀਦਾ ਸੀ। ਕਿੰਨੇ ਪਾਰਟ ਹੋਏ ਆ ਨਾ, ਹੁਣ ਸਾਲ ਦੇ ਨੇੜੇ ਤਾਂ ਇਹਦੇ ਆਰਡੀਨੈਂਸ 5 ਜੂਨ ਨੂੰ ਲੱਗਿਆ ਸੀ ਤੇ ਪਹੁੰਚਣ ਵਾਲਾ ਹੋ ਗਿਆ। ਜਦੋਂ 5 ਜੂਨ ਦੇ ਆਪਾਂ ਘਰਾਂ ਦੇ ਵਿੱਚ ਬੈਠੇ ਸੀ ਉਦੋਂ ਹੀ ਵਿਰੋਧਤਾ ਸ਼ੁਰੂ ਹੋ ਗਈ ਸੀ। ਹੁਣ ਜਥੇਬੰਦੀਆਂ ਦੀ ਜਿਹੜਾ ਡਿਫਰੈਂਸ ਤੁਸੀਂ ਗੱਲ ਕਰ ਰਹੇ ਹੋ ਵੀ ਜੇ ਡਿਫਰੈਂਸ ਸੀ ਓਪੀਨੀਅਨ ਦਾ, ਉਸ ਦਿਨ ਜਿੱਦਣ ਉਹ ਆਫਰ ਆਈ ਸੀ ਉਸ ਦਿਨ ਇੱਕ ਮੀਟਿੰਗ ਦੇ ਵਿੱਚ ਜੇ ਡਿਫਰੈਂਟ ਓਪੀਨੀਅਨ ਸੀਗਾ, ਉਹ ਉਸ ਤੋਂ ਬਾਅਦ ਅੱਜ ਤੱਕ ਬਾਹਰ ਨਹੀਂ ਆਇਆ, ਨਾ ਆਊਗਾ। ਉਦੋਂ ਡਿਸਕਸ਼ਨ ਸੀ, ਉਦੋਂ ਦੀ ਡਿਸਕਸ਼ਨ ਆ, ਖਤਮ ਹੋ ਗਈ। ਸਰਕਾਰ ਨੂੰ ਜਾ ਕੇ ਅਸੀਂ ਆਪਣਾ ਫੈਸਲਾ ਦੱਸਤਾ ਵੀ ਸਾਡਾ SKM ਦਾ ਫੈਸਲਾ ਅਸੀਂ ਇਹ ਲੈ ਲਿਆ। ਉਸ ਤੋਂ ਬਾਅਦ ਸਰਕਾਰ ਜੇ ਉਹਦਾ ਅਦਾਰਾ ਬਣਾਉਂਦੀ ਆ ਤਾਂ ਉਹ ਗਲਤ ਆ, ਕਿਉਂਕਿ 4 ਮਹੀਨੇ 22 ਜਨਵਰੀ ਦੀ ਅਖੀਰਲੀ ਮੀਟਿੰਗ ਹੋਈ। ਅੱਜ ਆਪਾਂ 24 ਮਈ 'ਚ ਬੈਠੇ ਆ ਤੇ ਸਾਰੀਆਂ ਜਥੇਬੰਦੀਆਂ ਬਰਾਬਰ ਹਿੱਸਾ ਲੈ ਕੇ ਭਰਪੂਰ ਆਪਣੇ ਆਪ ਸਹਿਯੋਗ ਕਰ ਰਹੀਆਂ ਨੇ। ਕਿਸੇ ਦੇ ਮਨ 'ਚ ਐ ਨਹੀਂ ਹੈ ਵੀ ਉਹ ਫੈਸਲਾ ਗਲਤ ਹੋ ਗਿਆ, ਸਹੀ ਹੋ ਗਿਆ। ਹਮੇਸ਼ਾ ਇਹ ਸਤਿਕਾਰ ਕੀਤਾ ਗਿਆ ਵੀ SKM ਨੇ ਜੋ ਫੈਸਲਾ ਕਰਤਾ ਉਹ ਬਿਲਕੁਲ ਸਹੀ ਹੈ ਜੀ। ਤਾਂ ਕਾਦੀਆ ਸਾਹਿਬ, ਜਿਸ ਤਰ੍ਹਾਂ ਆਈਡੀਓਲੋਜੀ ਦੀ ਗੱਲ ਕੀਤੀ ਹੈ, ਵੱਖ-ਵੱਖ ਜਥੇਬੰਦੀਆਂ ਦੀ ਵੱਖ-ਵੱਖ ਆਈਡੀਓਲੋਜੀ ਆ, ਤਾਂ ਜੇਕਰ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਲੱਗਦਾ ਵੀ ਜੋ ਆਪਸੀ ਖਹਿਬਾਜ਼ੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ, ਇੱਕ ਈਗੋ ਜਿਹੜੀ ਕੋਈ ਵੀ ਕਿਸਾਨ ਜਥੇਬੰਦੀ ਆ ਉਹਨਾਂ 'ਚ ਦੇਖਣ ਨੂੰ ਮਿਲ ਰਹੀ ਆ, ਉਹ ਵੀ ਇੱਕ ਖੜੋਤ ਉਸਨੇ ਲਿਆਂਦੀ ਆ ਅੰਦੋਲਨ ਦੇ ਵਿੱਚ। ਦੇਖੋ, ਹਿਊਮਨ ਨੇਚਰ ਆ। ਆਪਾਂ ਜਿਹੜੇ ਕਲਚਰ 'ਚ ਰਹਿ ਰਹੇ ਹਾਂ, ਆਪਾਂ ਸਾਰੇ ਕਲਚਰ 'ਚ ਰਹਿ ਰਹੇ ਹਾਂ, ਉਹ ਸਰਵਾਈਵ ਵੀ ਕਰਦੇ ਹਾਂ। ਆਪਾਂ ਉੱਥੇ ਫੇਲ ਵੀ ਹੁੰਦੇ ਹਾਂ, ਆਪਾਂ ਉੱਥੇ ਕਾਮਯਾਬ ਵੀ ਹੁੰਦੇ ਹਾਂ। ਕਿਸੇ ਹੱਦ ਤੱਕ ਘਰ ਦੇ ਵਿੱਚ ਵੀ ਈਗੋ ਆ ਜੇ, ਇੱਕ ਬਾਪ ਹੀ ਈਗੋ ਦਾ ਕ੍ਰੀਏਟ ਹੋ ਜੇ ਤਾਂ ਬੱਚਿਆਂ ਨਾਲ ਨਹੀਂ ਉਹਦੀ ਬਣਦੀ, ਘਰ ਵਾਲੀ ਨਾਲ ਨਹੀਂ ਬਣੂ। ਉਹਦੇ ਫੈਸਲੇ ਲੈਣੇ ਪੈਣਗੇ। ਹਰ ਜਗ੍ਹਾ ਫਲੈਕਸੀਬਲ ਹੋਣਾ ਚਾਹੀਦਾ। ਜਦੋਂ ਇੱਕ ਵੱਡਾ ਟੱਬਰ, ਵੱਡੀ ਫੈਮਿਲੀ ਬੈਠਦੀ ਆ, ਉਹ ਤਾਂ ਕਾਮਯਾਬ ਹੋਈ ਹੁੰਦੀ ਹੈ ਕਿਉਂਕਿ ਉਹ ਇੱਕ ਦੂਜੇ ਦੇ ਫੈਸਲੇ ਮੰਨਦੇ ਨੇ। ਤਾਂ ਇੱਕ SKM ਸਮਝ ਲਓ ਵੱਡਾ ਫੈਮਿਲੀ ਬਣ ਚੁੱਕਿਆ। ਜੇ ਇੱਥੇ ਆਪਾਂ ਈਗੋ ਰੱਖਾਂਗੇ, ਮੈਂ ਨਹੀਂ ਸਮਝਦਾ ਵੀ ਆਉਣ ਵਾਲੇ ਸਮੇਂ 'ਚ ਆਪਾਂ ਹੀ ਕਾਮਯਾਬ ਹੋ ਜਾਵਾਂਗੇ, ਕਿਉਂਕਿ ਜਿੱਦਣ ਵੀ ਇਹ ਜਿੱਤ ਆਪਾਂ ਹਾਸਲ ਕਰਨੀ ਹੈ ਔਰ ਕਰਨੀ ਹੈ, ਜਿੱਦਣ ਜਿੱਤ ਹਾਸਲ ਕਰਨੀ ਹੈ SKM ਦੀ ਹੋਣੀ ਹੈ, ਸੰਯੁਕਤ ਤੌਰ ਤੇ ਕੀਤੀ ਜਾਣੀ ਹੈ। ਸੰਯੁਕਤ ਮੋਰਚਾ ਨਾਮ ਵੀ ਤਾਂ ਹੀ ਰੱਖਿਆ ਗਿਆ। ਸਾਰਿਆਂ ਦਾ ਦਿਮਾਗ ਲੱਗਿਆ, ਸਾਰਿਆਂ ਦੀ ਮੈਨਲੀ ਪਾਵਰ ਲੱਗੀ ਆ, ਸਾਰਿਆਂ ਦੀ ਇਕਨੋਮਿਕਲ ਪਾਵਰ ਲੱਗੀ ਆ। ਜਿਵੇਂ ਜਿਵੇਂ ਜਥੇਬੰਦੀ ਨੇ ਆਪ ਦਾ ਸਹਿਯੋਗ ਸਾਰਿਆਂ ਨੇ ਦਿੱਤਾ, ਮੈਂ ਤਾਂ ਇਹ ਸਮਝਦਾ ਜੇ ਸੰਯੁਕਤ ਤੌਰ ਤੇ ਹੀ ਫੈਸਲੇ ਲੈਣੇ ਚਾਹੀਦੇ ਆ ਤੇ ਸੰਯੁਕਤ ਤੌਰ ਤੇ ਜਿੱਤ ਹਾਸਲ ਹੋਊਗੀ ਤੇ ਸਾਰਿਆਂ ਦੀ ਇੱਕ ਮਾਤਰ ਜਿੱਤ ਹੋਊਗੀ। ਕੋਈ ਐ ਨਹੀਂ ਵੀ ਇੱਕ ਲੀਡਰ ਦੇ ਚ ਖਾਸ ਆ। ਦੁਆਰਾ ਹਰ ਮੀਟਿੰਗ ਦੇ ਵਿੱਚ ਅਲੱਗ-ਅਲੱਗ ਪ੍ਰਧਾਨ ਬਣਾਉਣਾ, ਅਲੱਗ-ਅਲੱਗ ਆ ਕੇ ਪ੍ਰੈਸ ਨੂੰ ਸੰਬੋਧਨ ਕਰਨਾ। ਜਦੋਂ SKM ਇੱਕ ਆਪਣਾ ਪ੍ਰੈਸ ਕਾਨਫਰੰਸ ਕਰਦੀ ਹੈ, ਤੁਹਾਨੂੰ ਹਮੇਸ਼ਾ ਨਵਾਂ ਚਿਹਰਾ ਦਿਖਦਾ ਉੱਥੇ, ਜਿਹੜਾ ਉਹ ਪ੍ਰਧਾਨਗੀ ਕਰ ਰਿਹਾ ਹੁੰਦਾ, CP ਕਰ ਰਿਹਾ ਹੁੰਦਾ। ਉਸ ਤੋਂ ਬਾਅਦ ਜੇ ਇਹ ਸਿਸਟਮ ਅੱਜ ਤੱਕ ਅਪਣਾਇਆ ਜਾ ਰਿਹਾ, ਡੈਮੋਕ੍ਰੈਟਿਕ ਵੇ ਅਪਣਾਇਆ ਜਾ ਰਿਹਾ, ਤਾਂ ਸੰਯੁਕਤ ਤੌਰ ਤੇ ਫੈਸਲੇ ਹੋਣਗੇ, ਉਹੀ ਮੰਨੇ ਜਾਣਗੇ। ਸੰਯੁਕਤ ਤੌਰ ਤੇ ਹੀ ਕਾਮਯਾਬੀ ਜਿਹੜੀ ਹਾਸਲ ਕਰਾਂਗੇ ਉਹ ਸਾਰੇ ਇਕੱਠੇ ਕਰਾਂਗੇ। ਮੈਂ ਜੋ ਆਪਣਾ ਨਿੱਜੀ ਤੌਰ ਤੇ ਆਪਣੀ ਜਥੇਬੰਦੀ ਵੱਲੋਂ ਵੀ ਮੰਨਦਾ ਤੇ ਨਿੱਜੀ ਤੌਰ ਤੇ ਵੀ ਮੰਨਦਾ ਜੀ। ਤਾਂ ਸੰਯੁਕਤ ਦੇ ਸ਼ਬਦ ਤੁਸੀਂ ਵਰਤੇ, ਲੱਗਦਾ ਕਿ ਜਥੇਬੰਦੀਆਂ ਸੰਯੁਕਤ ਹੈ। ਹਾਲਾਂਕਿ ਇੱਕ ਟਾਈਮ ਸੀ ਜਦੋਂ 26 ਨਵੰਬਰ ਨੂੰ ਇੱਥੋਂ ਚੱਲਿਆ ਸੀਗਾ, ਪੰਜਾਬ ਦੀਆਂ ਜਥੇਬੰਦੀਆਂ ਦੀ ਵਾਹ ਸੀਗੀ, ਚਾਹੇ ਨੈਸ਼ਨਲ ਮੀਡੀਆ ਹੋਵੇ ਕਿ ਪੰਜਾਬ ਦੀਆਂ ਜੋ 32 ਜਥੇਬੰਦੀਆਂ ਨੇ ਇਕਜੁੱਟ ਨੇ, ਇੱਕ ਮੁੱਠ ਨੇ। ਤਾਂ ਹੁਣ ਕਿਸੇ ਦਾ ਮੂੰਹ ਦੂਸਰੇ ਪਾਸੇ, ਸੱਜੇ ਪਾਸੇ, ਕਿਸੇ ਦਾ ਖੱਬੇ ਪਾਸੇ। ਤਾਂ ਅਜਿਹੀਆਂ ਚੀਜ਼ਾਂ ਹੁਣ ਵਾਰ-ਵਾਰ ਕਿਉਂ ਸਾਹਮਣੇ ਆਉਂਦੀਆਂ? ਜਦੋਂ ਇਹ ਚੀਜ਼ ਆਉਂਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਸੁਭਾਵਿਕ ਗੱਲ ਹੈ, ਨਿਰਾਸ਼ਤਾ ਆਉਂਦੀ ਹੈ। ਬਿਲਕੁਲ ਤੁਹਾਡੀ ਗੱਲ ਜਿਹੜੀ ਹੈਗੀ ਆ, ਹਰ ਜਿਹੜਾ ਵੀ ਇੱਥੇ ਪਾਰਟ ਆ, ਜਿਹੜੀ ਜਥੇਬੰਦੀ ਵੀ ਪਾਰਟ ਆ, ਜਿਹੜਾ ਪ੍ਰਧਾਨ ਵੀ ਪਾਰਟ ਆ, ਉਹਨੂੰ ਨਾ ਇੱਕ ਨਾਨ ਰਿਟਰਨ ਵਰਡਸ ਹੁੰਦੇ ਨੇ ਆਪਣੇ ਸੰਯੁਕਤ ਦੇ। ਜੇ ਮੈਂ ਤੁਹਾਡੇ ਨਾਲ ਹਿੱਸੇਦਾਰੀ ਪਾਵਾਂ ਕਿਸੇ ਕਾਰੋਬਾਰ ਦੇ ਵਿੱਚ, ਆਪਾਂ 4 ਬੰਦੇ ਹਿੱਸੇਦਾਰ ਹੋਈਏ ਤੇ ਇੱਕ ਕਾਰੋਬਾਰ ਚਲਾਉਣਾ ਹੋਵੇ, ਤਾਂ ਉਹਦੇ 'ਚ ਇਹ ਨਹੀਂ ਲਿਖਿਆ ਜਾਂਦਾ ਵੀ ਆਪਾਂ ਚਾਰੇ ਕੰਮ ਕਰਾਂਗੇ, ਪਰ ਇਹ ਸਮਝ ਹੁੰਦੀ ਹੈ ਵੀ ਆਪਾਂ ਚਾਰੇ ਇਕੱਠੇ ਕੰਮ ਕਰਾਂਗੇ। ਆਪਾਂ ਰੋਜ਼ ਦੁਕਾਨ ਤੇ ਆਵਾਂਗੇ, ਰੋਜ਼ ਆ ਫੈਕਟਰੀ ਖੋਲੀ ਆ, ਰੋਜ਼ ਫੈਕਟਰੀ 'ਚ ਆਵਾਂਗੇ, ਰੋਜ਼ ਕੰਮ ਕਰਾਂਗੇ ਤੇ ਬਰਾਬਰ ਦਾ ਕੰਮ ਕਰਾਂਗੇ। ਇਹ ਵਿਦਆਊਟ ਰਿਟਰਨ ਹੁੰਦਾ, ਪੈਸਿਆਂ ਦਾ ਹਿਸਾਬ ਕਿਤਾਬ ਲਿਖਿਆ ਜਾਂਦਾ। ਕਦੇ ਜਿਹੜੇ ਜੋੜ ਕੇ ਕੰਮ, ਸਾਂਝੇ ਕੰਮ ਕਰਨੇ ਹੁੰਦੇ ਆ, ਉਹਦੇ 'ਚ ਆਪਣੇ ਆਪ ਹੀ ਆਪਾਂ ਨੂੰ ਸਮਝ ਹੁੰਦੀ ਹੈ ਵੀ ਆਪਾਂ ਬਰਾਬਰ ਦਾ ਕੰਮ ਉੱਥੇ ਕਰਨਾ, ਬਰਾਬਰ ਦਾ ਟਾਈਮ ਕਾਰੋਬਾਰ ਨੂੰ ਦੇਣਾ। ਇੱਦਾਂ ਹੀ ਜੇ ਸੰਯੁਕਤ ਤੌਰ ਤੇ ਆਪਾਂ ਇੱਥੇ ਬੈਠੇ ਆ ਤਾਂ ਆਪਾਂ ਨੂੰ ਬਰਾਬਰ ਦਾ ਟਾਈਮ, ਬਰਾਬਰ ਦੀ ਸਮਝ, ਬਰਾਬਰ ਦਾ ਉੱਥੇ ਆਪਾਂ ਨੂੰ ਕਰਨਾ ਚਾਹੀਦਾ। ਨਾ ਕੋਈ ਵੱਡੀ ਛੋਟੀ ਜਥੇਬੰਦੀ ਆ, ਹਰੇਕ ਪਾਰਟੀ ਨੂੰ ਇਹੀ ਸੋਚਣਾ ਚਾਹੀਦਾ ਵੀ ਬਰਾਬਰ ਦਾ ਦੇਈਏ। ਇੱਥੋਂ ਦਿੱਤੇ ਹੋਏ ਬਿਆਨ, ਜਿਵੇਂ ਤੁਸੀਂ ਹੁਣ ਗੱਲ ਫੜ ਰਹੇ ਹੋ, ਸਾਡੇ ਸੰਯੁਕਤ ਮੋਰਚੇ ਦੇ ਕਿਸੇ ਲੀਡਰ ਬਾਰੇ ਗੱਲ ਕਰ ਰਹੇ ਹੋ ਜਾਂ ਹੋਰ ਕਰ ਰਹੇ ਆ, ਉਹ ਜੇ ਲੀਡਰਸ਼ਿਪ ਦੀ ਕਿਤੇ ਗਲਤੀ ਹੋਈ ਆ, ਉਹਨੇ ਬਿਆਨ ਦਿੱਤਾ ਤਾਂ ਹੀ ਤੁਸੀਂ ਗੱਲ ਕਰ ਰਹੇ ਹੋ।
ਬਿਲਕੁਲ ਪਰਿਵਾਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ। ਜੇ ਇੰਟਰਨਲ ਗੱਲ ਆ ਉਹ ਮੀਟਿੰਗ 'ਚ ਕੀਤੀ ਜਾਵੇ। ਡਿਫਰੈਂਸਿਸ ਹੈਗੇ ਆ, ਓਪੀਨੀਅਨ ਡਿਫਰੈਂਸਿਸ ਨੇ ਤੁਹਾਡੇ, ਥੋੜਾ ਲੜਾਈ ਦਾ ਢੰਗ ਡਿਫਰੈਂਸਿਸ ਆ, ਉਹ ਸਾਰਾ ਮੀਟਿੰਗ 'ਚ ਡਿਸਕਸ ਹੋਣਾ ਚਾਹੀਦਾ, ਬਾਹਰ ਨਹੀਂ ਹੋਣਾ ਚਾਹੀਦਾ। ਕਿਉਂਕਿ ਸਾਡੀ ਲੜਾਈ ਬਹੁਤ ਵੱਡੀ ਧਿਰ ਨਾਲ ਆ। ਜੇ ਕਈ ਸੋਚਦੇ ਆ ਵੀ ਸੈਂਟਰ ਸਰਕਾਰ ਨਾਲ ਆ, ਮੋਦੀ ਸਰਕਾਰ ਨਾਲ, ਨਹੀਂ, ਇਹ ਕਾਰਪੋਰੇਟ ਘਰਾਣਿਆਂ ਨਾਲ ਲੜਾਈ ਆ, ਵਰਲਡ ਦੇ ਕਾਰਪੋਰੇਟ ਘਰਾਣਿਆਂ ਨਾਲ ਲੜਾਈ ਆ। ਇਹਨੂੰ ਆਪਾਂ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਆ। ਅੱਗੇ ਆਉਣ ਵਾਲਾ ਸਮਾਂ, ਜਿਵੇਂ ਅਮਰੀਕਾ ਦੇ ਵਿੱਚ ਜਾਂ ਇਹ ਫਾਰਮੂਲੇ ਲੱਗੇ ਆ, ਉੱਥੇ ਫਾਰਮਰਸ ਫੇਲ ਕਰਤੇ, ਵੱਡੀਆਂ ਕੰਪਨੀਆਂ ਨੇ ਅਡਾਪਟ ਕਰ ਲਿਆ, ਕੈਨੇਡਾ ਦੇ ਵੱਡੀ ਕੰਪਨੀ ਕਰ ਲਿਆ, ਆਸਟ੍ਰੇਲੀਆ 'ਚ ਕਰ ਲਿਆ। ਉਦਾਂ ਹੀ ਉਹ ਜਿਹੜਾ ਫੇਲ ਹੋਇਆ ਫਾਰਮੂਲਾ, ਕਿਸਾਨਾਂ ਨੂੰ ਫੇਲ ਹੋਇਆ, ਸੋਸ਼ਲ ਸਿਸਟਮ ਫੇਲ ਕੀਤਾ ਫਾਰਮੂਲਾ ਉਹ ਲਾ ਰਹੇ ਆ। ਇਹ ਫਾਰਮੂਲਾ ਤੁਹਾਨੂੰ ਰੋਕਣਾ ਪੈਣਾ। ਜੇ ਸਰਕਾਰਾਂ ਅੱਜ ਤੱਕ ਨਹੀਂ ਮੰਨ ਰਹੀਆਂ, ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਕੋਈ ਵੱਡੀ ਪਾਵਰ ਆ ਜਿਹੜੇ ਇਹਨਾਂ ਨੂੰ ਰੋਕ ਰਹੀਆਂ ਨੇ। ਕਿਉਂਕਿ ਜੇ ਪੋਲੀਟੀਕਲ ਪਾਰਟੀ ਦਾ ਇਕੱਲਾ ਇੱਕ ਫੈਸਲਾ ਹੁੰਦਾ, ਮੈਂ ਨਹੀਂ ਸਮਝਦਾ ਇੰਨਾ ਦੇਰ ਲੜਕਦਾ। ਜੇ ਆਵਾਮ ਦੀ ਆਵਾਜ਼ ਪੋਲੀਟੀਕਲ ਪਾਰਟੀ ਬਹੁਤ ਜਲਦੀ ਸੁਣ ਲੈਂਦੀ ਹੁੰਦੀ ਆ। ਜੇ ਇੱਕ ਬੀਜੇਪੀ ਇੱਕ ਪੋਲੀਟੀਕਲ ਪਾਰਟੀ ਤੌਰ ਤੇ ਕੰਮ ਕਰਦੀ ਤਾਂ ਉਹ ਆਪਣੀ ਆਈਡੀਓਲੋਜੀ ਦੇ ਵਿੱਚ ਆਵਾਮ ਦੀ ਆਵਾਜ਼, ਕਿਸਾਨਾਂ ਦੀ ਆਵਾਜ਼ ਜ਼ਰੂਰ ਸੁਣਦੀ। ਕਿਉਂਕਿ ਕਿਤੇ ਨਾ ਕਿਤੇ ਜਦੋਂ ਪੋਲੀਟੀਕਲ ਪਾਰਟੀ ਆਪਣੀ ਇਲੈਕਟੋਰਲ ਪੋਲਿਟਿਕਸ ਜਾਂਦੀ ਆ ਤੇ ਹਰ ਤਰ੍ਹਾਂ ਦੇ ਵਰਗ ਦੀ ਉਹਨੂੰ ਵੋਟ ਦੀ ਲੋੜ ਹੁੰਦੀ ਆ। ਤੇ ਇੱਕ 65% ਜਿਹੜਾ ਵਰਗ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹ ਇਨਵੋਲਵਡ ਆ ਇਸ ਕੰਮ ਦੇ ਵਿੱਚ, ਉਹਦੇ ਵਿਰੋਧ ਦੇ ਵਿੱਚ ਮੈਂ ਨਹੀਂ ਸਮਝਦਾ ਕੋਈ ਪੋਲੀਟੀਕਲ ਪਾਰਟੀ ਜਾਂਦੀ ਹੈ। ਕੋਈ ਪਿਛਲੀ ਤਾਕਤਾਂ ਨੇ ਜਿਹੜੀਆਂ ਰੋਕ ਰਹੀਆਂ ਨੇ ਜੀ। ਤਾਂ ਹਰਮੀਤ ਕਾਦੀਆਂ, ਜੇਕਰ 26 ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ 26 ਤੋਂ ਬਾਅਦ ਲੱਗਦਾ ਕਿ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚਾ, ਹਾਲਾਂਕਿ ਸਮਾਂ ਵੀ ਇਹ ਹੈ ਕਿ ਫੂਕ ਕੇ ਜਿਹੜਾ ਪੈਰ ਰੱਖਣ ਦਾ ਸਮਾਂ, ਕਿ ਹੁਣ ਕਿਸੇ ਨਾ ਕਿਸੇ ਜੋ ਕੋਈ ਸੰਸਦ ਮਾਰਜ ਦਾ ਜਿਹੜਾ ਫੈਸਲਾ ਕੀਤਾ ਗਿਆ ਸੀਗਾ ਉਹ ਵੀ ਟਾਲ ਦਿੱਤਾ ਗਿਆ, ਮੁਲਤਵੀ ਕਰ ਦਿੱਤਾ ਗਿਆ, ਕਿ ਹੁਣ ਜਿਹੜਾ ਥੋੜਾ ਬਹੁਤ ਡਰ ਬੈਠ ਗਿਆ ਅੰਦਰ ਕਿਸਾਨ ਜਥੇਬੰਦੀਆਂ ਦੇ। ਕੋਈ ਵੀ ਫੈਸਲਾ ਲੈਣ ਤੋਂ ਡਿਲੇ ਹੁੰਦਾ, ਉਸ ਨੂੰ ਵਿਚਾਰਿਆ ਜਾਂਦਾ, ਐਲਾਨ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਉਸ ਤੋਂ ਫਿਰ ਪਿੱਛੇ ਹਟ ਜਾਂਦੀਆਂ ਨੇ। ਜਿਹੜੀਆਂ ਇਹ ਪ੍ਰੋਬਲਮਸ ਨੇ, ਪਹਿਲੀ ਗੱਲ ਤਾਂ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਐਲਾਨ ਨਹੀਂ ਕਰ ਦੇਣਾ ਚਾਹੀਦਾ। ਪਹਿਲਾਂ ਸਮਝ ਲੈਣਾ ਚਾਹੀਦਾ, ਜਿਹੜਾ ਵੀ ਐਲਾਨ ਹੋ ਜਾਏ ਉਹਨੂੰ ਪਿੱਛੇ ਨਹੀਂ ਲੈਣਾ ਚਾਹੀਦਾ। ਪਹਿਲਾਂ ਐਲਾਨ ਕਰਨ ਤੋਂ ਪਹਿਲਾਂ ਉਹਨੂੰ ਆਪਾਂ ਸਮਝ ਲਈਏ। ਪਰ ਆਪਾਂ ਜੇ ਇਸ ਐਜੀਟੇਸ਼ਨ ਨੂੰ ਧਿਆਨ ਨਾਲ ਦੇਖੀਏ, ਵਾਚ ਕਰੀਏ, ਤਾਂ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਹੈ ਜਿਹੜੀ ਤਕਰੀਬਨ ਹੁਣ ਮਹੀਨੇ ਤੋਂ ਕਹਿ ਲਓ, ਪਿਛਲੇ 25 ਅਪ੍ਰੈਲ ਤੋਂ, ਇਹ 22-23 ਅਪ੍ਰੈਲ ਤੋਂ ਕਾਫੀ ਵੱਡੇ ਰੂਪ ਦੇ ਵਿੱਚ ਸਾਹਮਣੇ ਆਈ। ਦਿੱਲੀ ਦੇ ਵਿੱਚ ਬਹੁਤ ਵਧੀ, ਪੰਜਾਬ ਦੇ ਵਿੱਚ ਵੀ ਆਈ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਮਤਲਬ ਕੰਟਰੀਜ਼ ਦੇ ਸਾਰੀ ਕੰਟਰੀ ਦੇ ਵਿੱਚ ਆਪਣੇ ਪ੍ਰੋਬਲਮਸ ਹੈਗੀਆਂ ਨੇ ਇਹ ਬਿਮਾਰੀ ਦਾ। ਉਹ ਵੀ ਇੱਕ ਰੀਜ਼ਨ ਸੀ ਇਹਨੂੰ ਪਿੱਛੇ ਲੈਣਾ। ਤੇ ਹਾਲੇ ਮਹਾਮਾਰੀ ਦੇ ਵਿੱਚ ਆ ਕੇ ਇਹੋ ਜਿਹਾ ਕੋਈ ਕੰਮ ਕਰ ਲਈਏ ਜਿਹਦੇ ਜੁੰਮੇ ਪਈਏ। ਹੁਣ ਇੱਥੇ ਚੰਗੇ ਸਿਟੀਜ਼ਨ ਦਾ ਨਿਭਾਉਂਦੇ ਹੋਏ ਅਸੀਂ ਜਿਵੇਂ 1 ਲੱਖ ਤੋਂ ਉੱਪਰ ਇੱਥੇ ਫੇਸ ਮਾਸਕ ਵੰਡ ਚੁੱਕੇ ਆ, ਸੈਨੀਟਾਈਜ਼ਰ ਵੰਡ ਚੁੱਕੇ ਆ, 10,000 ਬੋਟਲਸ ਵੰਡ ਚੁੱਕੇ ਆ, ਹੋਰ ਵੰਡਣ ਦੀ ਸਾਡੀ ਤਿਆਰੀ ਹੈ। ਜਿਹੜਾ ਵੀ ਸਾਨੂੰ ਕੋਈ ਪੁੱਛਦਾ ਸੀ ਕਹਿੰਦੇ ਵੀ ਤੁਸੀਂ ਫੇਸ ਮਾਸਕ, ਸੈਨੀਟਾਈਜ਼ਰ, ਸਾਬਣ ਤੇ ਵਿਟਾਮਿਨ ਸੀ ਦੀਆਂ ਗੋਲੀਆਂ ਤੇ ਵੰਡੀ ਜਾ ਰਹੀਆਂ ਨੇ, ਕੋਈ ਜ਼ਿੰਕ ਦੀ ਦੇ ਰਿਹਾ, ਕੋਈ ਆਇਰਨ ਦੀ ਦੇ ਰਿਹਾ। ਤਾਂ ਇਸ ਕਰਕੇ ਉਹਦੇ ਵੱਲ ਜਦੋਂ ਧਿਆਨ ਹੋ ਜਾਂਦਾ, ਕਈ ਵਾਰੀ ਜਿਹੜੀ ਆਪਾਂ ਸਮਝਦੇ ਆ ਵੀ ਐਜੀਟੇਸ਼ਨ ਨੂੰ ਲੜਨਾ ਵੀ ਆ, ਪਿੱਛੇ ਵੀ ਨਹੀਂ ਹਟਣਾ, ਪਰ ਫਰੰਟ ਤੇ ਕਦੋਂ ਕੁ ਲੜਨਾ ਤੇ ਕਦੋਂ ਕੁ ਆਪਣੀ ਫੌਜ ਤਿਆਰ ਆ, ਇਹ ਬੜਾ ਮੈਟਰ ਦੇਖਣਾ ਪੈਂਦਾ। ਤੇ ਇਸ ਖਾਤਰ ਇਹ ਜਿਹੜਾ ਸੰਸਦ ਮਾਰਚ ਦਾ ਸੀਗਾ ਫੈਸਲਾ, ਉਹ ਸਾਨੂੰ ਪਿੱਛੇ ਲੈਣਾ ਪਿਆ। ਇਹਦੇ ਪਿੱਛੇ ਇੱਕ ਕੋਵਿਡ-19 ਬਹੁਤ ਵੱਡਾ ਰੀਜ਼ਨ ਆ, 2-4 ਕੋਈ ਹੋਰ ਰੀਜ਼ਨਸ ਨੇ। ਉਹਦੇ ਵਿੱਚ ਸਮਝ ਕੇ ਜਿਹੜੀ ਸਮਝ ਬਣਾਈ ਵੀ ਇਸ ਟਾਈਮ ਆਪਾਂ ਨਾ ਕਰੀਏ। ਸਰਕਾਰ ਨੂੰ ਅਸੀਂ ਟਾਈਮ ਦਿੱਤਾ, ਤਾਂ ਹੀ ਇਹ ਟਾਈਮ ਦੇ ਕੇ ਜਿਹੜੀ ਆਪਾਂ ਚਿੱਠੀ ਦੀ ਗੱਲ ਕਰਦੇ ਆ, ਇਹ ਲਿਖਿਆ ਗਿਆ ਹੈ। ਕਾਫੀ ਟਾਈਮ ਪੂਰਾ ਹੋ ਚੁੱਕਿਆ, ਹੁਣ ਸਬਰ ਦਾ ਘੁੱਟ ਭਰਨ ਵਾਲਾ। ਸਰਕਾਰ ਨੂੰ ਇਹ ਚਾਹੀਦਾ ਵੀ ਇਹ ਬੈਠ ਕੇ ਗੱਲ ਕਰਨ, ਕਿਉਂਕਿ ਜਿੰਨਾ ਸਬਰ ਇਸ ਐਜੀਟੇਸ਼ਨ 'ਚ ਆਮ ਲੋਕਾਂ ਨੇ, ਜਿਵੇਂ ਆਪਾਂ ਕਹਿੰਦੇ ਇੰਟਰਨੈਸ਼ਨਲ ਲੈਵਲ ਤੇ ਹੋ ਚੁੱਕਿਆ, ਇਹ ਲੋਕ ਦੇਖ ਰਹੇ ਆ, ਵਾਚ ਕਰ ਰਹੇ ਆ। ਤੁਸੀਂ ਬੈਠੇ ਆ ਕੇ ਦੇਖੋ ਸਾਡੇ ਬਜ਼ੁਰਗ ਬੈਠੇ ਕਿਵੇਂ ਆ, ਸਾਡੇ ਪਿੰਡਾਂ ਦੀ ਵਾਰੀਆਂ ਕਿਵੇਂ ਲੱਗੀਆਂ ਹੋਈਆਂ, ਕਿਵੇਂ ਆਪਣੀ ਫਸਲ ਸੰਭਾਲੀ। ਇਸ ਐਜੀਟੇਸ਼ਨ ਦੇ ਵਿੱਚ ਹੀ ਅਸੀਂ ਝੋਨਾ ਵੱਢਿਆ, ਜਦੋਂ ਪੰਜਾਬ 'ਚ ਬੈਠੇ ਸੀਗੇ, ਕਣਕ ਲਾਈ, ਕਣਕ ਲੱਗੀ ਹੋਈ ਪੂਰੀ ਨਿਕਲ ਗਈ, ਕਣਕ ਵੱਢੀ, ਕਣਕ ਵੱਢ ਕੇ ਤੂੜੀ ਸੰਭਾਲ ਕੇ ਹੁਣ ਫੇਰ ਇਸ ਐਜੀਟੇਸ਼ਨ ਦੇ ਵਿੱਚ ਆ। ਜੇ ਇੱਕ ਬਿਮਾਰੀ ਆਈ ਆ, ਘਰੋਂ ਤੁਰਨ ਅੱਗੇ ਵੀ ਦੇਖੋ, ਘਰਦਿਆਂ ਦੀ ਵੀ ਮੈਂ ਕਹਿੰਦਾ ਵੀ ਕੁਰਬਾਨੀ ਆ, ਵੀ ਜਿਹੜੇ ਆਪਣੇ ਕਿਸਾਨ ਵੀਰਾਂ ਨੂੰ ਭੇਜਦੇ ਆ, ਜੀ ਬੀਬੀਆਂ ਬੈਠੀਆਂ ਨੇ ਇਸ ਬਿਮਾਰੀ ਦੇ ਵਿੱਚ ਵੀ ਐਜੀਟੇਸ਼ਨ ਦੇ ਅੰਦਰ ਅੜਾਦੇ ਬੈਠੇ ਆ। ਜਦੋਂ ਅਸੀਂ ਗੇੜਾ ਕੱਢਦੇ ਟਰਾਲੀਆਂ 'ਚੋਂ ਕਹਿੰਦੇ ਆ ਵੀ ਅਸੀਂ ਪੂਰੇ ਖੜੇ ਆ, ਤੁਸੀਂ ਪੱਕੇ ਖੜੇ ਰਹੋ, ਬਈ ਆਪਾਂ ਇਹ ਕਾਨੂੰਨ ਵਾਪਸ ਕਰਾ ਕੇ ਲੈ ਕੇ ਜਾਣੇ ਨੇ। ਇੰਨੇ ਦ੍ਰਿੜ ਇਰਾਦੇ ਨਾਲ ਜਦੋਂ ਲੋਕ ਸਮਝ ਚੁੱਕੇ ਆ, ਗਾਈਡ ਕਰ ਚੁੱਕੇ ਆ, ਸਰਕਾਰ ਕੋਲ ਹੁਣ ਕੋਈ ਗੱਲ ਨਹੀਂ ਰਹੀ ਕਰਨ ਨੂੰ। ਝੂਠਾ ਮੀਡੀਆ ਵਾਂਗੂ ਜਿਹੜੇ ਝੂਠੇ ਮੀਡੀਆ ਫੈਲਾਉਂਦੇ ਆ, ਉਹ ਇੱਥੇ ਫੈਲਾਉਣ ਦੀ ਕੋਸ਼ਿਸ਼ ਕੀਤੀ ਵੀ ਘਟ ਗਏ। ਹੁਣ ਜਦੋਂ ਦੁਬਾਰਾ ਡਿਊਟੀਆਂ ਲੱਗੀਆਂ ਅਲੱਗ-ਅਲੱਗ ਜਥੇਬੰਦੀਆਂ ਦੀਆਂ, ਉਹ ਆਪਣੇ ਭਰਮਾਂ ਇਕੱਠ ਲੈ ਕੇ ਆ ਰਿਹਾ ਪੰਜਾਬ, ਹਰਿਆਣਾ, ਯੂਪੀ ਤੋਂ, ਤਾਂ ਉਸ ਵੇਲੇ ਇਹ ਹੁਣ ਸਰਕਾਰ ਨੇ ਦੇਖਣਾ ਵੀ ਅਗਲਾ ਸਮਾਂ ਉਹਨਾਂ ਨੇ ਕਿਵੇਂ ਵਿਚਾਰਨਾ, ਕਿਵੇਂ ਅਗਲੀ ਡੈਮੋਕ੍ਰੇਸੀ ਦੇ ਵਿੱਚ ਕਿੰਨਾ ਕੁ ਆਵਾਮ ਦਾ ਫਰਜ਼ ਹੁੰਦਾ, ਫॉर ਦਾ ਪੀਪਲ, ਆਫ ਦਾ ਪੀਪਲ, ਬਾਈ ਦਾ ਪੀਪਲ ਹੁੰਦਾ, ਕੀ ਇਹ ਕਰ ਸਕਣਗੇ ਜਾਂ ਡਿਕਟੇਟਰਸ਼ਿਪ ਵਾਲੇ ਪਾਸੇ ਵੱਧ ਰਹੇ ਨੇ। ਜੀ, ਤਾਂ ਕਾਦੀਆਂ ਸਾਹਿਬ 26 ਤਰੀਕ ਦੀ ਗੱਲ ਕੀਤੀ ਹੈ, 26 ਦੇ ਨਾਲ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਨਾਮ ਜਿਹੜਾ ਉਹ ਜੁੜਿਆ ਰਹਿੰਦਾ। ਤਾਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਹੁਣ ਜਿਹੜੇ ਮੁੜ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ। ਪਿੰਡਾਂ ਦੇ ਵਿੱਚ ਜਿਹੜੀਆਂ
ਪਬਲਿਕ ਮੀਟਿੰਗ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੀ ਐਕਟੀਵਿਟੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਇੱਕ ਪਾਸੇ ਕਿਸਾਨ ਜਥੇਬੰਦੀਆਂ, ਦੂਸਰੇ ਪਾਸੇ ਉਹ ਆਪਣਾ ਪੈਰਲਲ ਐਕਸ਼ਨ ਕਰ ਰਹੇ ਨੇ। ਹਾਲੇ ਤੱਕ ਉਹਨਾਂ ਨੇ ਕੋਈ ਪੈਰਲਲ ਐਕਸ਼ਨ ਨਹੀਂ ਦਿੱਤਾ। ਕਿਸਾਨ ਜਥੇਬੰਦੀਆਂ ਜਿਹੜਾ ਪ੍ਰੋਗਰਾਮ ਦਿੰਦੀਆਂ ਨੇ, ਲੱਖਾ ਸਿਧਾਣਾ ਦਾ ਘੱਟੋ ਘੱਟ ਮੈਂ ਕਹਿ ਸਕਦਾ ਵੀ ਉਸ ਪ੍ਰੋਗਰਾਮ ਤੇ ਉਤਰ ਰਹੇ ਨੇ। ਦੀਪ ਸਿੱਧੂ ਹੁਣ ਜੇਲ੍ਹ ਸੀ ਪੇ ਬਾਹਰ ਆਏ ਨੇ, ਉਹ ਆਪਣਾ ਕਰ ਰਹੇ ਆ। ਹਰ ਡੈਮੋਕ੍ਰੈਟਿਕ ਕੰਟਰੀ ਨੂੰ ਆਜ਼ਾਦ ਦੇਸ਼ 'ਚ ਰਹਿੰਦਾ, ਹਰ ਆਪਣਾ ਆਦਮੀ ਆਪਣਾ ਫਰਜ਼ ਸਮਝ ਕੇ ਆਪਣੇ ਦੇਸ਼ ਵਾਸਤੇ, ਸਟੇਟ ਵਾਸਤੇ ਜਿਹੜਾ ਵੀ ਕੁਝ ਕਰਨਾ ਚਾਹੁੰਦਾ, ਉਹਦੀ ਕੋਈ ਬ੍ਰੇਕੇਜ ਨਹੀਂ ਹੈ। ਪਰ ਜਥੇਬੰਦੀ ਜਿਹੜੇ ਆਪਣੇ ਕੰਮ ਕਰ ਰਹੀ ਆ, SKM ਜਿਹੜੀ ਬਣੀ ਹੋਈ ਆ, ਉਹਦੇ ਜਿਹੜੇ ਪ੍ਰੋਗਰਾਮ ਨੇ ਤਕਰੀਬਨ ਲੋਕ ਉਸ ਪ੍ਰੋਗਰਾਮ ਨੂੰ ਹੀ ਮੰਨ ਰਹੇ ਨੇ ਤੇ ਉਸ ਪ੍ਰੋਗਰਾਮ ਮੰਨ ਕੇ ਹੀ ਇਹ ਐਜੂਕੇਸ਼ਨ ਅੱਗੇ ਲੈ ਕੇ ਜਾ ਰਹੀ ਆ। ਤੇ ਇਸ ਟਾਈਮ ਕਮਾਂਡ 32 ਜਥੇਬੰਦੀਆਂ ਕੋਲ ਵੀ ਨੇ। ਈਵਨ ਟਕੈਤ ਸਾਹਿਬ ਨੇ ਆ ਕੇ, ਉਹਨਾਂ ਨਰਿੰਦਰ ਟਕੈਤ ਸਾਹਿਬ ਨੇ, ਵੱਡੇ ਟਕੈਤ ਸਾਹਿਬ ਨੇ ਆ ਕੇ ਵੀ ਇੱਥੇ ਕਿਹਾ ਵੀ ਜਦੋਂ ਵੀ ਫੈਸਲਾ ਕੋਈ ਹੋਊਗਾ, ਜੇ 32 ਜਥੇਬੰਦੀਆਂ ਜਾਂ 40 ਜਥੇਬੰਦੀਆਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਨੇ, ਜਿਹੜੀਆਂ ਮੀਟਿੰਗ ਕਰਦੀਆਂ ਨੇ, ਵੀ ਜੋ ਫੈਸਲਾ ਲੈਣਗੇ ਸਾਨੂੰ ਇਹ ਮਨਜ਼ੂਰ ਆ। ਜਿੱਥੇ ਕਿ ਉਹ ਗਾਜ਼ੀਪੁਰ ਦੇ ਵਿੱਚ ਆਪਣੇ UP ਉੱਤਰਾਖੰਡ ਵੱਲੋਂ ਰਿਪਰੈਜ਼ੈਂਟ ਕਰਦੇ ਨੇ ਤੇ ਵੱਡੇ ਲੈਵਲ ਤੇ ਉੱਥੇ ਵੀ ਬੈਠੇ ਨੇ ਜੀ। ਤਾਂ ਕਾਦੀਆਂ ਸਾਹਿਬ, ਦੀਪ ਸਿੱਧੂ ਜਦੋਂ ਜੇਲ੍ਹ ਤੋਂ ਬਾਹਰ ਆਏ, ਚਾਹੇ ਹੁਣ ਲੋਕਾਂ ਨੂੰ ਮਿਲਦੇ ਆ, ਉਹ ਇੱਕੋ ਗੱਲ ਕਹਿੰਦੇ ਆ ਕਿ 26 ਦੀ ਜਦੋਂ ਘਟਨਾ ਹੋਈ ਤਾਂ ਜੋ ਕਿਸਾਨ ਜਥੇਬੰਦੀਆਂ ਨੇ ਉਹ ਐਗਰੀ ਨਹੀਂ ਕੀਤਾ, ਉਹਨਾਂ ਦੇ ਹੀ ਲੋਕ ਸੀਗੇ ਤੇ ਉਹਨਾਂ ਨੂੰ ਹੀ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਸਾਨ ਜਥੇਬੰਦੀਆਂ ਨੇ। ਤਾਂ ਇਸ ਚੀਜ਼ ਨਾਲ ਤੁਸੀਂ ਐਗਰੀ ਕਰਦੇ ਹੋ? ਦੇਖੋ, ਇੱਕ ਬਹੁਤ ਵੱਡੀ ਘਟਨਾ ਸੀਗੀ, ਇਹ ਤਾਂ ਕੋਈ ਸ਼ੱਕ ਨਹੀਂ। ਤੁਸੀਂ ਵੀ ਕਵਰ ਕੀਤੀ ਹੈ ਜਾਂ ਜਿਵੇਂ ਵੀ ਸਾਰਾ ਮੀਡੀਆ ਕਵਰ ਕਰ ਰਿਹਾ, ਇੰਟਰਨੈਸ਼ਨਲ ਮੀਡੀਆ ਨੇ ਵੀ ਕਵਰ ਕੀਤੀ ਹੈ। ਪਰ ਤੁਸੀਂ ਇਹ ਦੱਸੋ ਵੀ ਸਾਡੀ ਕਾਲ ਸੀ, ਕੀ ਸਾਡੀ ਕਾਲ ਲਾਲ ਕਿਲੇ ਜਾਣ ਦੀ ਸੀ SKM ਦੀ? ਜਿਹੜੀ ਕਾਲ ਅਸੀਂ ਦਿੱਤੀ ਹੁੰਦੀ ਆ, ਉਸ ਕਾਲ ਤੇ ਉਤਰਨਾ ਆਪਣੇ ਸਪੋਰਟਰਸ ਨੂੰ ਵੀ ਚਾਹੀਦਾ, ਰਿਸਪੈਕਟ ਚਾਹੀਦੀ। ਹੁਣੀ ਤੁਸੀਂ ਕਰ ਰਹੇ ਸੀ ਸੰਯੁਕਤ ਮੋਰਚਾ ਤਾਂ ਹੀ ਹੈ ਨਾ ਵੀ ਅਲੱਗ-ਅਲੱਗ ਪਾਰਟ ਦੇ ਅਲੱਗ-ਅਲੱਗ ਲੋਕ ਜੁੜੇ ਹੋਏ ਨੇ। ਪਰ ਆਪਾਂ ਜਦੋਂ ਇੱਕ ਫੈਸਲਾ ਕਰਦੇ ਹਾਂ, ਜਦੋਂ ਅਸੀਂ ਉਹਦੀ ਕਾਲ ਦਿੱਤੀ ਆ, ਉਹਦੇ ਰੂਟ ਪਲਾਨ ਕਰਤਾ, ਉਸ ਰੂਟ ਪਲਾਨ ਤੋਂ ਸਰਕਾਰ ਨੇ ਆਪਣੀ ਸਾਜ਼ਿਸ਼ ਨਾਲ, ਸਰਕਾਰ ਦੇ ਹੱਥ ਖੇਡੇ ਗਏ। ਸਰਕਾਰ ਨੇ ਆਪਣੀ ਪਲੈਨਿੰਗ ਨਾਲ ਬਦਨਾਮ ਕਰਨ ਨੂੰ, ਇੱਕ ਸਿੱਖ ਸੈਂਟੀਮੈਂਟਸ ਨੂੰ ਜਾਣ ਕੇ ਬਣਾ ਕੇ ਉਹਨਾਂ ਨੂੰ ਵਰਤਿਆ ਗਿਆ। ਸਰਕਾਰ ਨੇ ਹੀ ਇਹਨਾਂ ਨੂੰ ਵਰਤ ਕੇ ਉਧਰ ਲੈ ਗਏ। ਤੇ ਜੇ ਉਹ ਜਿਹੜਾ ਪਲਾਨ ਦਿੱਤਾ ਸੀ SKM ਨੇ, ਇੱਕ ਪਲਾਨ ਦੇ ਕੇ WhatsApp ਗਰੁੱਪ 'ਚ ਪਾਤਾ ਸੀ, ਉੱਤੇ ਪਾ ਲਿਆ ਸੀ, ਉਸ ਪਲਾਨ ਦੇ ਵਿੱਚ ਜਾਂਦੇ ਤੱਕ ਉਹ ਕਾਮਯਾਬ ਹੁੰਦਾ ਤੇ ਸਰਕਾਰ ਦੀ ਫੇਲੀਅਰ ਦਿਖਾਈ ਹੁੰਦੀ ਵੀ ਕਿੰਨੇ ਲੋਕ ਉਦੋਂ ਆਏ ਸੀ, ਪੈਰ ਰੱਖਣ ਨੂੰ ਥਾਂ ਨਹੀਂ ਸੀ। ਤੇ ਉਸ ਚੀਜ਼ ਨੂੰ ਆਪਾਂ ਸਾਰੇ ਇਹ ਸਮਝਦੇ ਹਾਂ ਵੀ ਉਹ ਠੱਗੇ ਗਏ। ਸਰਕਾਰ ਨੇ ਆਪਣੀ ਜਿਹੜੀ ਕਾਮਯਾਬੀ ਸੀ ਉਹ ਬੋਲੀ ਆ, ਕਿਉਂਕਿ ਤੋਮਰ ਜੀ ਨੇ ਜਦੋਂ ਅਖੀਰਲੇ ਦਿਨ ਸਾਡੇ ਨਾਲ ਮੀਟਿੰਗ ਕੀਤੀ, ਜਦੋਂ ਅਸੀਂ ਕਹਿਤਾ ਵੀ ਤੁਹਾਡੀ ਇਹ ਪਲਾਨ, ਸਾਨੂੰ ਜਿਹੜਾ ਪਾਲਿਸੀ ਜਾਂ ਤੁਹਾਡੀ ਇਹ ਜਿਹੜੀ ਪ੍ਰਪੋਜ਼ਲ ਆ ਨਾ ਮਨਜ਼ੂਰ ਆ, ਤਾਂ ਉਹ ਕਹਿੰਦੇ ਹਮ ਆਪਣੀ 26 ਮਨਾਏਂਗੇ, ਆਪ ਆਪਣੀ 26 ਮਨਾਓ। ਤਾਂ ਉਹਨਾਂ ਦੇ ਵਿੱਚ ਕੋਈ ਨੀਤ ਦੇ ਵਿੱਚ ਫਰਕ ਸੀ। ਸਾਨੂੰ ਉਦੋਂ ਸਮਝ ਨਹੀਂ ਆਇਆ, ਜਦੋਂ ਘਟਨਾ ਵਰਤ ਗਈ ਉਦੋਂ ਬਾਅਦ ਪਤਾ ਲੱਗਿਆ ਵੀ ਇਹ ਘਟਨਾ ਉਹਨਾਂ ਨੇ ਪਲਾਨ ਕਰਕੇ ਸਾਡੇ ਸੈਂਟੀਮੈਂਟ ਉਭਾਰ ਕੇ ਇਹ ਕੀਤੀ ਗਈ ਹੈ ਜੀ। ਤਾਂ ਫਿਰ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਕਿਉਂਕਿ ਦੀਪ ਸਿੱਧੂ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ, ਹਾਲਾਂਕਿ ਤੁਸੀਂ ਉਸ ਦਾ ਸਪਸ਼ਟ ਜਵਾਬ ਵੀ ਨਹੀਂ ਦਿੱਤਾ, ਉਹ ਜ਼ਰੂਰ ਪੁੱਛੂੰਗਾ ਫਿਰ ਕਿ ਦੀਪ ਸਿੱਧੂ ਜਿਹੜੇ ਨੇ ਉਹ ਕਿਸਾਨ ਜਥੇਬੰਦੀਆਂ ਨੂੰ ਜ਼ਿੰਮੇਵਾਰ ਮੰਨਦੇ ਆ, ਤਾਂ ਤੁਸੀਂ ਉਸ ਚੀਜ਼ ਨਾਲ ਐਗਰੀ ਕਰਦੇ ਹੋ ਜਾਂ ਨਹੀਂ? ਦੇਖੋ, ਤੁਸੀਂ ਇੱਕ ਚੈਨਲ ਚਲਾਉਂਦੇ ਹੋ, ਜੇ ਦੀਪ ਸਿੱਧੂ ਸਾਹਿਬ ਕਰ ਰਹੇ ਨੇ ਤਾਂ ਆਪਣਾ ਪ੍ਰਚਾਰ ਕਰ ਰਹੇ, ਹਰ ਬੰਦੇ ਨੂੰ ਪ੍ਰਚਾਰ ਕਰਨ ਦਾ ਆਪਣਾ ਮਾਧਿਅਮ ਹੋ ਸਕਦਾ। SKM ਦਾ ਸਾਫ਼ ਸ਼ਬਦਾਂ 'ਚ ਉਹਨਾਂ ਨੂੰ ਸਟੇਜ ਤੋਂ ਰੋਕਿਆ ਹੋਇਆ, ਇਹ 'ਚ ਕੋਈ ਦੋ ਰਾਏ ਨਹੀਂ। ਲੱਖੇ ਸਿਧਾਣੇ ਨਾਲ ਜਦੋਂ ਡਿਫਰੈਂਸ ਪਏ ਸੀਗੇ, ਉਸ ਤੋਂ ਬਾਅਦ ਉਹਨੇ ਆਪਣੇ ਡਿਫਰੈਂਸ ਖਤਮ ਕੀਤੇ ਆ। ਚਲੋ, ਆਪਣੇ ਇੱਕ ਕੇਸ ਦੇ ਵਿੱਚ ਉਲਝ ਰਿਹਾ, ਹਾਲੇ ਤੱਕ ਨਹੀਂ ਪਹੁੰਚੇ, ਪਰ ਉਹ ਇੱਕ ਆਪਣੀ ਲਹਿਰ ਨਹੀਂ ਹੈ ਜੀ। ਜਥੇਬੰਦੀਆਂ ਬੜੀਆਂ ਪੁਰਾਣੀਆਂ ਨੇ, ਬੜੇ ਬਜ਼ੁਰਗ ਨੇ, ਬੜੇ ਕੰਮ ਕਰਦੇ ਨੇ। ਕਿਸੇ ਤੇ ਉਂਗਲ ਚੱਕ ਲੈਣੀ ਬਹੁਤ ਸੌਖੀ ਹੁੰਦੀ ਹੈ, ਕਿਸੇ ਨੂੰ ਪਲਾਨ ਕਰਨਾ ਸ਼ਾਇਦ ਉਹਨਾਂ ਦਾ ਵੇ ਆਫ ਥਿੰਕਿੰਗ ਡਿਫਰੈਂਟ ਹੋਵੇ। ਜਿਵੇਂ ਆਪਾਂ ਕਹਿ ਕੇ ਹਟੇ ਕਿੰਨੇ ਜਥੇਬੰਦੀਆਂ 'ਚ ਹੈਗਾ, ਤਾਂ ਇੱਕ ਇਨਸਾਨ ਦੀ ਜੇ ਵੇ ਆਫ ਡਿਫਰੈਂਟ ਹੋਊਗੀ, ਜੇ ਉਹ ਐਜੂਟੇਸ਼ਨ ਲੜਨਾ ਚਾਹੁੰਦੇ ਆ, ਜੇ ਉਹ ਪੰਜਾਬ ਲਈ ਚਾਹੁੰਦੇ ਆ, ਤਾਂ ਉਹ ਸਹਿਯੋਗੀ ਇੱਕ ਪਾਵਰ ਹੋ ਸਕਦੇ ਨੇ। ਇੱਕ SKM ਦੇ ਸਹਿਯੋਗੀ ਪਾਵਰਾਂ ਸੀ, ਜਥੇਬੰਦੀ ਨਾਲ ਜੋੜੀ ਹੋਈ ਹੈ, ਇੱਕ ਸਹਿਯੋਗੀ ਪਾਵਰ ਆਏ ਸੀ SKM ਦੇ। ਤਾਂ ਇੱਕ ਜਾਬਤੇ 'ਚ ਰਹਿਣਾ ਵੀ ਜ਼ਰੂਰੀ ਹੁੰਦਾ। ਜਿਹੜਾ ਜਾਬਤੇ 'ਚ ਨਹੀਂ ਰਹਿੰਦਾ, ਉਹ ਬਾਲੀ ਦੇਰ ਲੋਕਾਂ 'ਚ ਚੱਲਦਾ ਨਹੀਂ, ਬੜਾ ਕਾਮਯਾਬ ਨਹੀਂ ਹੋ ਸਕਦਾ। ਇਹ ਇੱਕ ਸਾਫ਼ ਸਪਸ਼ਟ ਆਨਸਰ ਹੈ ਜੀ। ਤਾਂ ਕਾਦੀਆਂ ਸਾਹਿਬ, ਲੱਗਦਾ ਕਿ ਕਿਸਾਨ ਜਥੇਬੰਦੀਆਂ ਬੜੀ ਹੀ ਖੂਬਸੂਰਤੀ ਦੇ ਨਾਲ ਅੰਦੋਲਨ ਜਿਹੜਾ ਉਹ ਲੜ ਰਹੀਆਂ, ਚਾਹੇ ਜਦੋਂ ਪੰਜਾਬ ਤੋਂ ਚੱਲੇ ਸੀ, ਅੱਜ 6 ਮਹੀਨੇ ਪੂਰੇ ਹੋਣ ਵਾਲੇ ਆ, ਪਰ ਮਾਈਂਡ ਜਿਹੜੀ ਗੇਮ ਖੇਡੀ ਜਾ ਰਹੀ ਹੈ ਕੇਂਦਰ ਸਰਕਾਰ ਦੁਆਰਾ, ਉਹਦੇ 'ਚ ਕਿਤੇ ਨਾ ਕਿਤੇ ਫੇਲ ਹੁੰਦੀ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਜੋ ਖੇਤੀਬਾੜੀ ਮੰਤਰੀ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਤੁਸੀਂ ਆਪਣੀ 26 ਬਣਾਓ, ਅਸੀਂ ਆਪਣੀ 26 ਬਣਾਵਾਂਗੇ। ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਇਹ ਚੀਜ਼ ਘਰ ਕੀਤੀ ਗਈ ਕਿ ਜੋ ਪਲਾਨ ਦਿੱਤਾ ਗਿਆ ਸੀਗਾ, ਜੋ ਰੋਡ ਮੈਪ ਦਿੱਤਾ ਗਿਆ, ਉਸ ਤੇ ਜਥੇਬੰਦੀਆਂ ਨਹੀਂ ਜਾ ਰਹੀਆਂ। ਇਹ ਕਹਿੰਦਾ ਆਪਣੇ ਵਾਅਦੇ ਤੋਂ ਮੁੱਕਰ ਗਈਆਂ। ਇੱਕ ਲੋਕਾਂ ਦੇ ਵਿੱਚ ਅੰਦਰ ਇੱਕ ਵਿਚਾਰ ਖੜਾ ਕਰ ਦਿੱਤਾ ਕਿ ਉਹ ਜਿਹੜੇ ਵਿਚਾਰ ਵਾਰ-ਵਾਰ ਆ ਰਹੇ ਆ, ਉਸ ਤੋਂ ਬਾਅਦ ਕਾਮਰੇਡ ਵਰਸਸ ਸਿੱਖ ਜਿਹੜਾ ਵਿਚਾਰ ਉਹ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੇ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹਨਾਂ ਨੂੰ ਜਿਹੜਾ ਤੋੜਨ ਦੇ ਵਿੱਚ ਕਿਸਾਨ ਜਥੇਬੰਦੀਆਂ ਹਜੇ ਕਾਮਯਾਬ ਨਹੀਂ ਹੋ ਰਹੀਆਂ। ਦੇਖੋ,
ਇਹ ਸਰਕਾਰ ਨਾਲੋਂ ਸਾਡੇ ਕੋਲ ਸੋਰਸਿਸ ਘੱਟ ਨੇ, ਇਹ ਤਾਂ ਆਪਾਂ ਸਾਰੇ ਸਮਝਦੇ ਹਾਂ। ਸਰਕਾਰ ਕੋਲ ਸੋਰਸਿਸ ਬਹੁਤ ਹੁੰਦੇ ਆ। ਤੁਸੀਂ ਸਾਡਾ ਪੰਜਾਬੀ ਮੀਡੀਆ ਨੇ ਬਹੁਤ ਸਾਥ ਦਿੱਤਾ, ਜਿੱਥੇ ਹਾਲੇ ਅਸੀਂ ਬਿਲਟ ਖੜ ਰਹੇ ਹਾਂ। ਜੇ ਐਜੀਟੇਸ਼ਨ ਕਿਸੇ ਪਾਰਟ ਤੇ ਖੜੀ ਆ ਤੇ ਪੰਜਾਬੀ ਮੀਡੀਆ ਦੇ ਤੌਰ ਤੇ ਖੜੀ ਆ। ਜੇ ਆਹ ਆਪਣੇ ਚੈਨਲਸ ਨਾ ਹੁੰਦੇ, ਪੰਜਾਬੀ ਚੈਨਲ ਨਾ ਚੱਲਦੇ ਹੁੰਦੇ ਤੇ ਇਹ ਮੇਰੇ ਖਿਆਲ ਨਾਲ ਇੰਨਾ ਕੁ ਜਾ ਵੀ ਨਹੀਂ ਸਕਦੀ ਸੀ। ਮੈਂ ਸਾਫ਼ ਕਲੀਅਰ ਕਹਿਣਾ ਵੀ ਲੋਕਾਂ ਜਾਂ ਤੁਸੀਂ ਆਵਾਜ਼ ਹੀ ਨਹੀਂ ਪਹੁੰਚਾ ਸਕਦੇ, ਆਪਣੀ ਗੱਲ ਹੀ ਨਹੀਂ ਪਹੁੰਚਾ ਸਕਦੇ। ਹੁਣ ਆਪਾਂ ਦੋ ਗੱਲ ਕਰ ਰਹੇ ਹਾਂ, ਇਹਨੂੰ ਪ੍ਰਸਾਰਨ ਕਰਾਂਗੇ ਤਾਂ ਲੋਕਾਂ ਤੱਕ ਵਿਚਾਰ ਜਾਊਗਾ। ਕਈ ਵਿਚਾਰ ਮੇਰਾ ਠੀਕ ਲੱਗੂ, ਕਈ ਗਲਤ ਲੱਗੂ। ਘੱਟੋ ਘੱਟ ਆਪਾਂ ਨੂੰ ਕਮੈਂਟਸ ਪਤਾ ਤਾਂ ਲੱਗ ਜੂ ਵੀ ਆਪਣੇ ਵਿਚਾਰ ਆਮ ਲੋਕਾਂ 'ਚ ਕਿੰਨਾ ਕੁ ਅਸੈਪਟੇਬਲ ਹੈਗੇ ਨੇ। ਤਾਂ ਇਹ ਜਿਹੜੀ ਅਸੈਪਟੇਬਿਲਿਟੀ ਬਣਦੀ ਆ, ਇਹਦੇ ਤੇ ਪਹੁੰਚਾਉਣ ਦੀ, ਸਰਕਾਰ ਨਾਲ ਲੜਾਈ ਲੜਨ ਦੀ ਸਰਕਾਰ ਨੇ ਹਰ ਤਰੀਕਾ ਵਰਤਿਆ। ਹਰ ਕਿਸਾਨ ਲੀਡਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਹਰ ਕਿਸਾਨ ਲੀਡਰ ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ, ਮੂਵਮੈਂਟ ਤੇ SKM ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ, ਤਰ੍ਹਾਂ ਦੇ ਫੈਕਟਰਸ ਨੂੰ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਲੋਕ ਕਿਹੜੇ ਨੇ, ਕਿੱਦਾਂ ਦੇ ਆਏ ਨੇ, ਇਹ ਕਿਸਾਨ ਨਹੀਂ ਹੈ। ਕਈ ਜਗ੍ਹਾ ਤਾਂ ਮੈਂ ਚੈਨਲ ਦੇਖ ਕੇ, TV ਤੇ ਦੇਖ ਕੇ ਹੈਰਾਨ ਹੋਏ ਨੇ। ਉਹ ਕਹਿੰਦੇ ਕਿਸਾਨ ਹੀ ਨਹੀਂ ਹੈ ਨਹੀਂ ਜਿਹੜੇ ਬੈਠੇ ਨੇ, ਜਿਹੜੇ ਅਸਲੀ ਕਿਸਾਨ ਨੇ। ਅਸਲੀ ਕਿਸਾਨ खेत में काम कर रहा है या नकली किसान एजिटेशन कर रहा है? जे हुण किसान खेत काम करके द्वारा एजिटेशन करन जोगा हो गया, इन्हां नूं सत्कार ही नहीं होया। मैं ईवन तुहाडे साफ शब्दां 'च कहना चाहुंदा भी सारियां पोलीटिकल पार्टीज़ नूं ਇਹ प्रॉब्लम क्रिएट होगी भी एक जथेबंदियां ਜਿਹੜੀਆਂ ਇੱਕ ਆਮ ਲੋਕਾਂ ਲਈ ਲੜਦੀਆਂ ਨੇ, ਆਮ ਝਗੜਿਆਂ 'ਚ ਫੈਸਲੇ ਕਰਾਉਂਦੀਆਂ ਨੇ, ਆਮ ਮਸਲੇ ਲੈ ਕੇ ਆਉਂਦੀਆਂ ਨੇ, ਨਿੱਕੇ ਮਸਲੇ ਸਰਕਾਰ ਦੇ ਸਾਹਮਣੇ ਲਿਆਉਂਦੀਆਂ, ਸ਼ੀਸ਼ੇ ਨੂੰ ਦਿਖਾਉਂਦੀਆਂ ਨੇ। ਅੱਜ ਇਹ ਐਡੇ ਵੱਡੇ ਪਲੇਟਫਾਰਮ ਤੇ ਆ ਕੇ ਇਹ ਕਿਵੇਂ ਆਪਣੇ ਕਾਮਯਾਬ ਹੋ ਗਏ ਲੋਕਾਂ ਨੂੰ ਸਮਝਾਉਣ 'ਚ ਵੀ ਅਸਲੀ ਤੁਹਾਡੀ ਲੜਾਈ ਲੜ ਰਹੇ ਆ, ਮਸਲੇ ਲੜੇ ਜਾ ਰਹੇ ਆ ਤੇ ਇਹ ਕਾਮਯਾਬੀ ਵੱਲ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ। ਤੇ ਅਸੀਂ ਉਹ ਲੜਾਈ ਨੂੰ ਅੱਗੇ ਲੈ ਕੇ ਗਏ ਆ। 6 ਮਹੀਨੇ ਤੱਕ ਲੜਾਈ ਲੈ ਕੇ ਆ। ਜੇ ਲੜਾਈ ਹੋਰ 6 ਮਹੀਨੇ ਵੀ ਚੱਲ ਪੈਂਦੀ ਆ, ਅਸੀਂ ਸਮਰੱਥਾ ਰੱਖਦੇ ਆ। ਲੋਕਾਂ ਦੀ ਸਾਡੇ ਨਾਲ ਜੇ ਸਾਥ ਹੈਗਾ ਤਾਂ ਹੀ ਅਸੀਂ ਆ ਅੱਖਰ ਬੋਲ ਰਹੇ ਹਾਂ। ਜੇ ਲੋਕ ਸਾਨੂੰ ਮੰਨਦੇ ਆ ਵੀ ਇਹ ਲੋਕ ਗਰਾਲ ਨੇ, ਗਿਣਤੀ ਕਦੀ ਵੱਧ, ਕਦੀ ਐਜੀਟੇਸ਼ਨ ਘੱਟ, ਕਦੀ ਐਜੀਟੇਸ਼ਨ ਦੇ ਵਿੱਚ ਰੂਪ ਰੇਖਾ ਚੇਂਜ ਹੋ ਜਾਂਦੀ ਆ। ਜਿਵੇਂ ਤੁਸੀਂ ਹੁਣ ਗੱਲ ਕੀਤੀ ਸੀ, ਪਾਰਲੀਮੈਂਟ ਦਾ ਘਰਾਓ ਦੀ ਗੱਲ ਕੀਤੀ, ਫਿਰ ਵਾਪਸ ਦਿੱਤੀ, ਫਿਰ ਨਵੀਂ ਆ। ਜੇ ਤੁਸੀਂ ਸਾਨੂੰ SKM ਨੂੰ ਇਹ ਪਾਵਰ ਦਿੱਤੀ ਆ ਵੀ ਤੁਸੀਂ ਇਹਦੇ ਥੱਲੇ ਇੱਕ ਝੰਡੇ ਥੱਲੇ ਆਪਾਂ ਆ ਗਏ ਆ, ਤਾਂ ਉਹਦੀ ਰਿਸਪੈਕਟ ਕਰੀਏ। ਜਿਹੜਾ ਵੀ ਪ੍ਰੋਗਰਾਮ ਦਿੱਤਾ ਜਾਂਦਾ ਉਹ ਤੇ ਆਪਾਂ ਉਤਰੀਏ ਜੀ। ਤਾਂ ਕਾਦੀਆਂ ਸਾਹਿਬ, ਪੰਜਾਬ ਸਰਕਾਰ ਦੀ ਗੱਲ ਕਰਾਂਗੇ ਤਾਂ BK ਜੋ ਅਗਰਾਹਾਂ ਦੁਆਰਾ 3 ਦਿਨ ਪਟਿਆਲੇ ਦੇ ਅੰਦਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਜੇਕਰ ਤੁਹਾਡਾ ਪੱਖ ਜਾਣਨਾ ਹੋਵੇ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਦੇ ਜਿਹੜੇ 4 ਸਾਲ ਜਿਹੜੇ ਬੀਤੇ ਨੇ? ਦੇਖੋ, ਰਿਲੀਜੀਅਸ ਮੈਟਰ ਕਹੀਏ ਤਾਂ ਗੁਟਕਾ ਸਾਹਿਬ ਫੜ ਕੇ ਤੁਹਾਨੂੰ ਸਹੁੰ ਚੁੱਕਣ ਦੀ ਕੀ ਗੱਲ ਸੀ ਜੇ ਤੁਸੀਂ ਪੂਰਾ ਨਹੀਂ ਕਰਨਾ ਸੀ ਤਾਂ? ਸਾਡੇ ਸੈਂਟੀਮੈਂਟਸ ਉਦੋਂ ਵੀ ਇਹਨਾਂ ਨੇ ਬ੍ਰੇਕ ਕਰਤੇ। ਸਾਡੇ ਸੈਂਟੀਮੈਂਟਲ ਨਾਲ ਖੇਡਦੇ ਨੇ। ਹਰ ਰਾਜਨੀਤੀ ਪਾਰਟੀ ਵੋਟ ਕੈਪਚਰਿੰਗ ਤਰੀਕੇ ਨਾਲ ਵੀ ਜਿੱਥੇ ਸੈਂਟੀਮੈਂਟ ਸਾਡੇ ਟੱਚ ਕਰਦੇ, ਜਿਵੇਂ ਕਹੀਏ ਸਾਡੀ ਦੁੱਖ ਦੀ ਰਗ ਦੇ ਉੱਤੇ ਰੱਖ ਦਿੰਦੇ ਨੇ ਵੀ ਲੋਕ ਇਹੀ ਅਸੀਂ ਗੁਟਕਾ ਸਾਹਿਬ ਨੂੰ ਮੰਨਦੇ ਆ। ਸਾਨੂੰ ਐਂ ਲੱਗਦਾ ਵੀ ਹਾਂ ਇਹ ਵੀ ਸ਼ਖਸ ਉਸ ਤਰੀਕੇ ਨਾਲ ਹੀ ਮੰਨਦਾ ਹੋਊ ਵੀ ਜੇ ਹੱਥ ਫੜ ਕੇ ਸਹੁੰ ਚੱਕੀਏ ਤਾਂ ਕਰਕੇ ਦਿਖਾਉਣਗੇ, ਤੇ ਉਹ ਨਹੀਂ ਇਹਨਾਂ ਨੇ ਕੀਤਾ। ਕਰਜ਼ਿਆਂ ਦੇ ਉੱਤੇ ਇਹਨਾਂ ਨੂੰ ਇੰਨਾ ਸੀਨੀਅਰ ਲੀਡਰ ਨੇ, ਪਹਿਲਾਂ CM ਰਹਿ ਚੁੱਕੇ ਨੇ। ਜੇ ਤੁਹਾਨੂੰ ਸਟੇਟਸ ਦਾ ਪਤਾ ਹੀ ਨਹੀਂ ਤੁਹਾਡੇ ਕੋਲ ਕੀ ਸਰਮਾਇਆ ਹੈ, ਤੁਸੀਂ ਉਸ ਸਰਮਾਏ ਦੇ ਵਿੱਚ ਕਿਵੇਂ ਕੌਨਫੀਡੈਂਸ ਨਾਲ ਬੋਲਿਆ ਵੀ ਅਸੀਂ ਕਰਜ਼ਾ ਕੁਕਰੀ ਮਾਫ ਕਰ ਦਾਂਗੇ, ਤੁਹਾਡਾ ਪੂਰਾ ਕਰਜ਼ਾ ਮਾਫ ਕਰਾਂਗੇ, ਜਿਹੜਾ ਤੁਹਾਡੇ ਆੜਤੀ ਵਾਲਾ ਕਰਜ਼ਾ ਉਹ ਵੀ ਮਾਫ ਕਰਾਂਗੇ। ਦੇਖੋ, ਕਿਸਾਨੀ ਦਾ ਇਸ ਟਾਈਮ ਮੇਨ ਜਿਹੜੀ ਸੁਸਾਈਡ ਦਾ ਆਪਾਂ ਗਿਣਤੀ ਦੇਖਦੇ ਆ, ਉਹ ਮੇਨ ਇਕਨੋਮਿਕਲ ਪ੍ਰੋਬਲਮ ਨਾ ਹੋਈ ਹੈ। 90-95% ਗਵਰਨਮੈਂਟ ਏਜੰਸੀਜ਼, ਪ੍ਰਾਈਵੇਟ ਏਜੰਸੀਜ਼ ਮੰਨਦੀਆਂ ਨੇ ਜਿਹੜੀ ਸੁਸਾਈਡਸ ਹੋ ਰਹੀਆਂ ਨੇ ਉਹ ਇਕਨੋਮਿਕਲ ਫੈਕਟਰ ਨਾਲ ਹੋ ਰਹੀਆਂ ਫਾਰਮਿੰਗ ਦੇ ਵਿੱਚ। ਤੇ ਉਹ ਇੱਕ ਨਬਜ਼ ਇਹਨਾਂ ਨੇ ਫੜ ਕੇ ਵੀ ਕਿਸਾਨ ਨੂੰ ਐ ਲੱਗਿਆ ਸਾਡਾ ਕਰਜ਼ਾ ਮਾਫ ਹੋ ਜੂ, ਕੋਈ ਕਰਜ਼ਾ ਮਾਫ ਨਹੀਂ ਹੋਇਆ। ਆੜਤੀਏ ਵੱਲ ਉਦਾਂ ਹੀ ਖੜਾ ਕਰ ਜੇ। ਆਪਣਾ ਸਰਕਾਰ ਬਣਾਉਣ ਨੂੰ ਸਾਡੇ ਸੈਂਟੀਮੈਂਟ ਯੂਜ਼ ਕੀਤੇ ਨੇ। ਸਾਡੇ ਗੁਰੂ ਸਾਹਿਬ ਦਾ ਨਾਮ ਵਰਤਿਆ ਗਿਆ। ਮੈਂ ਕਹਿੰਦਾ ਜੇ ਬੇਅਦਬੀ ਅਕਾਲੀ ਸਰਕਾਰ ਵੇਲੇ ਹੋਈ ਸੀ ਤਾਂ ਬੇਅਦਬੀ ਇਹਨਾਂ ਨੇ ਸਾਡੇ ਗੁਟਕਾ ਸਾਹਿਬ ਦੀ ਵੀ ਕੀਤੀ ਆ, ਕਿਉਂਕਿ ਸਾਡੀ ਉਹਦੇ ਸ਼ਰਧਾ ਵਾ, ਉਹਦੇ ਨਾਲ ਅਸੀਂ ਬਹੁਤ ਤੁਹਾਨੂੰ ਮਨੋਂ ਜੁੜੇ ਹੁੰਦੇ ਆ, ਤੇ ਸਾਡੇ ਉਹ ਸੈਂਟੀਮੈਂਟ ਇਹਨਾਂ ਨੇ ਬ੍ਰੇਕ ਕੀਤੇ ਨੇ ਜੀ। ਤਾਂ ਕਾਦੀਆਂ ਸਾਹਿਬ, ਲੱਗਦਾ ਕਿ ਜੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਪੰਜਾਬ 'ਚ ਵੀ ਇਕੱਠੇ ਹੋਣ ਦੀ ਜ਼ਰੂਰਤ ਸੀ। ਜਦੋਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਕਰਜ਼ਾ ਮਾਫ ਕਰਾਂਗੇ, ਚਾਹੇ ਆੜਤੀਏ ਦਾ ਹੋਵੇ, ਚਾਹੇ ਬੈਂਕਾਂ ਦਾ ਹੋਵੇ, ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਸੀਗਾ। ਤਾਂ ਅਜਿਹਾ ਮੁੱਦਾ ਜਦੋਂ ਪੰਜਾਬ 'ਚ ਛਿੜਦਾ ਤਾਂ ਉਦੋਂ ਕਹਿੰਦਾ ਸਾਰੇ ਵੱਖੋ ਵੱਖਰੀ ਲੜਾਈ ਲੜ ਰਹੇ ਸੀਗੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਜਿਹੇ ਦਾਅਵੇ ਕਰਨਗੀਆਂ ਵੀ ਇੱਥੇ ਵੀ ਇਕੱਠੀਆਂ ਰਹਿਣਗੀਆਂ ਜਥੇਬੰਦੀਆਂ? ਕੋਈ ਸਮਾਂ ਹੁੰਦਾ ਜੀ। ਦੇਖੋ, 32 ਹੋਣੀਆਂ ਨਹੀਂ ਚਾਹੀਦੀਆਂ। ਪਹਿਲਾਂ ਆਪਾਂ ਇਹ ਸਮਝ ਲਈਏ, ਜੇ ਆਪਾਂ ਆਪਣੀ ਛੋਟੀ ਜਿਹੀ ਸਟੇਟ ਪੰਜਾਬ ਬਾਰੇ ਸੋਚੀਏ ਇਹ ਕਿਉਂ ਹੋਈਆਂ, ਕਿੰਨੇ ਰੀਜ਼ਨਸ ਆ, ਇਹਦਾ ਤਾਂ ਬਹੁਤ ਵੱਡਾ ਇੱਕ ਗ੍ਰਾਫ ਬਣ ਸਕਦਾ। ਮੈਂ ਆਪਦੀ ਥੋੜ੍ਹੀ ਜਿਹੀ ਦੱਸ ਦਿੰਦਾ ਵੀ 51 ਸਾਲ ਤੋਂ ਸਾਡੀ ਫੈਮਿਲੀ ਭਾਰਤ ਕਿਸਾਨ ਯੂਨੀਅਨ ਥੱਲੇ ਕੰਮ ਕਰਦੀ ਹੈ। 3 ਜਨਰੇਸ਼ਨਾਂ ਹੋ ਗਈਆਂ ਸਾਡੀਆਂ, ਅਸੀਂ ਤਾਂ ਇਸ ਲਾਈਨ 'ਚ ਹੀ ਲੱਗੇ ਹੋਏ ਹਾਂ।
ਜਿਹੜੀ ਵੀ ਕਿਸਾਨੀ ਦੀ ਲਾਈਨ ਆ ਉਹਦੇ ਸੇਵਾ ਦੇ ਵਿੱਚ ਲੱਗੇ ਹੋਏ ਆ। ਤੇ ਇਹ ਕਿਵੇਂ ਹੋਈਆਂ, ਕਿੱਦਾਂ ਆਈਡੀਓਲੋਜੀ ਚੇਂਜ ਹੋਈਆਂ, ਅਲੱਗ-ਅਲੱਗ ਆਈਡੀਓਲੋਜੀ ਕਿਵੇਂ ਬਣੀਆਂ, ਇਨਸਾਨ ਦੀਆਂ ਬਣੀਆਂ ਜਾਂ ਮਗਰੋਂ ਗਵਰਨਮੈਂਟ ਦੀਆਂ ਪਾਲਿਸੀ ਸੀ, ਜਿਵੇਂ ਤੁਸੀਂ ਕਹਿ ਦਿੰਦੇ ਹੋ ਕਾਮਰੇਡ ਸੀ, ਕੋਈ ਸੋਸ਼ਲਿਸਟ ਸੀ, ਕੋਈ ਖਾੜਕੂ ਜਥੇਬੰਦੀਆਂ, ਕੋਈ ਗਰਮ ਦਿਆਲੀ ਨੇ, ਕੋਈ ਠੰਡੇ ਮੱਤ ਵਾਲੇ ਨੇ। ਇਹ ਗੱਲ ਆ ਜਿਹੜੀ ਹੁਣ ਇਕੱਠੇ ਹੋਣ ਦੀ ਗੱਲ ਆ, ਸਬੱਬ ਬਣਿਆ ਆ ਮੋਦੀ ਜੀ ਨੇ। ਜੇ ਭਲੇ ਵਾਲੀ ਗੱਲ ਕਰੀਏ, ਮੋਦੀ ਜੀ ਨੇ ਆਹ ਜ਼ਰੂਰ ਕੀਤੀ ਆ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਆਹ ਲੜਾਈ ਤੁਹਾਡੇ ਸਾਹਮਣੇ ਧਰਤੀ। ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹੜਾ ਇਕੱਠਾ ਕੰਮ ਆ, ਸੰਯੁਕਤ ਕੰਮ ਆ, ਇਹ ਜੇ ਆਹ ਲੜਾਈ ਅਸੀਂ 100% ਜਿੱਤਾਂਗੇ ਤੇ ਜਿੱਤ ਕੇ ਜਾਵਾਂਗੇ ਤਾਂ ਇਹਦੇ ਨਾਲ ਫਰਕ ਪਊਗਾ। ਆਉਣ ਵਾਲੇ ਸਮੇਂ 'ਚ ਸਟੇਟ ਦੇ ਵਿੱਚ ਸਾਨੂੰ ਆਪਣੇ ਹੱਕ ਲੈਣੇ ਬਹੁਤ ਸੌਖੇ ਹੋ ਜਾਣਗੇ, ਕਿਉਂਕਿ ਅਸੀਂ ਇੱਕ ਏਕਤਾ ਦਾ ਸਰੂਪ ਲੈ ਕੇ ਹਰ ਲੜਾਈ ਸੈਂਟਰ ਲੈਵਲ ਨਾਲ ਜੇ ਲੜ ਪਏ ਆ ਤਾਂ ਸਟੇਟ 'ਚ ਵੀ ਲੜਨ ਦੇ ਕਾਬਿਲ ਹੋ ਜਾਵਾਂਗੇ। ਜੀ, ਤਾਂ ਕਾਦੀਆ ਸਾਹਿਬ, ਮੇਰਾ ਅਖੀਰਲਾ ਸਵਾਲ ਆ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਜੋ ਬਜ਼ੁਰਗ ਨੇ ਉਹ ਵੀ ਕਿਸਾਨੀ ਦੀ ਲੜਾਈ ਲੜਦੇ ਆ ਰਿਹਾ, ਪਰ ਜੇਕਰ ਤੁਹਾਡੇ ਦਾਦਾ ਜੀ ਦੀ ਗੱਲ ਕੀਤੀ ਜਾਵੇ, ਉਹ ਇੱਕ ਵਿਧਾਇਕ ਰਹਿ ਚੁੱਕੇ ਆ, ਤਾਂ ਜੇਕਰ ਹੁਣ ਤੁਹਾਡੀ ਗੱਲ ਕੀਤੀ ਜਾਵੇ ਕਿ ਹਰਮੀਤ ਕਾਦੀਆ 2022 ਇਲੈਕਸ਼ਨ ਦੇ ਵਿੱਚ ਕਿਸੇ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਆ? ਦੇਖੋ, ਜਦੋਂ ਮੇਰੇ ਗ੍ਰੈਂਡਫਾਦਰ ਵਿਧਾਇਕ ਰਹੇ ਸੀ 1968 ਦੇ ਵਿੱਚ, 71 ਦੇ ਵਿੱਚ ਉਹਨਾਂ ਨੇ ਪੋਲੀਟੀਕਲ ਪਾਰਟੀ ਛੱਡਤੀ ਤੇ ਫਾਊਂਡ ਕੀਤੀ BKU। ਉਸ ਤੋਂ ਬਾਅਦ ਕਦੀ ਉਹ ਸਿਆਸੀ ਤੌਰ ਪਰ ਫੈਮਿਲੀ 'ਚ ਨਹੀਂ ਗਏ। BKU ਤੋਂ ਬਣੀ ਸੀ, ਨਾਨ ਪੋਲੀਟੀਕਲ ਪਾਰਟੀ ਬਣੀ ਸੀ। ਨਾਨ ਪੋਲੀਟੀਕਲ ਪਾਰਟੀ ਬਣਨ ਤੋਂ ਬਾਅਦ ਪਹਿਲੀ ਵਾਰ ਫਾਊਂਡਰ ਬੰਦੇ ਨੂੰ ਵੀ ਪ੍ਰਧਾਨ ਨਹੀਂ ਬਣਾਇਆ ਗਿਆ, ਝੰਡੀ ਸਾਹਿਬ ਉਹਦੇ ਪ੍ਰਧਾਨ ਬਣੇ। ਉਸ ਤੋਂ ਬਾਅਦ ਉਹਨਾਂ ਨੂੰ 4 ਸਾਲ ਤੱਕ ਨਹੀਂ ਬਣਾਇਆ ਗਿਆ, ਕਹਿੰਦੇ ਤੁਸੀਂ ਤਾਂ ਇਲੈਕਸ਼ਨ ਲੜੇ ਹੋ, ਤੇ ਗਰੁੱਪ ਕਹਿੰਦਾ ਵੀ ਜਦ ਤੱਕ ਅਸੀਂ ਪੋਲੀਟੀਕਲ ਬੰਦਾ ਅੰਦਰ ਪ੍ਰਧਾਨ ਨਹੀਂ ਬਣ ਦੇਣਾ। ਅਗਲੇ ਵਾਰੀ ਉਹ ਪ੍ਰਧਾਨ ਬਣੇ, 4 ਸਾਲਾਂ ਬਾਅਦ ਲੋਕਾਂ ਦੀ ਕਚਹਿਰੀ 'ਚ ਆ ਕੇ ਦੁਆਰਾ ਪ੍ਰੈਜ਼ੀਡੈਂਟ ਬਣੇ ਸੀ BKU ਦੇ। ਤੇ ਉਸ ਤੋਂ ਬਾਅਦ ਤੁਰੇ ਹੋਏ ਅੱਜ ਤੱਕ ਕੋਈ ਪੋਲੀਟੀਕਲ ਅਹੁਦੇ ਨਹੀਂ ਲਿੱਤੇ ਹੈਗੇ। ਤੇ ਇਹ ਜਿਹੜੀ ਪੋਲੀਟੀਕਲ ਗੇਮ ਆ, ਇਹਦੇ ਵਿੱਚ ਜਾਣਾ ਜਾਂ ਨਾ ਜਾਣਾ ਇਹ ਸਮੇਂ ਨਾਲ ਹੁੰਦਾ, ਪਰ ਹਾਲੇ ਤੱਕ ਇਹਦੇ 'ਚ ਕੋਈ ਪਲੈਨਿੰਗ ਨਹੀਂ। ਜਿਵੇਂ ਅਫਵਾਹਾਂ ਉੱਡ ਜਾਂਦੀਆਂ ਨੇ ਵੀ ਜਥੇਬੰਦੀਆਂ ਗਈਆਂ, ਇਹ ਸ਼ਾਇਦ ਪੋਲੀਟੀਕਲ ਪਾਰਟੀ ਬਣਾਉਣਾ ਚਾਹੁੰਦੀਆਂ ਹੋਣ। ਸਾਨੂੰ ਤਾਂ ਸਾਡੇ ਹੱਕ ਹੀ ਦੇ ਦੇਣ, ਸਾਨੂੰ ਸਾਡਾ ਕਰਜ਼ਾ ਮਾਫ ਕਰ ਦੇਣ। ਜਿਹੜਾ ਕਰ ਦੂਗਾ, ਡੈਮੋਕ੍ਰੈਟਿਕ ਕੰਟਰੀ 'ਚ ਰਹਿੰਦੇ ਆ, ਉਹਨੂੰ ਵੋਟ ਪਾ ਦਾਂਗੇ। ਜਿਹੜਾ ਸਾਡੇ ਕਰਜ਼ੇ ਦੀ ਗੱਲ ਕਰੇ, ਪਰ ਇਹ ਨਾ ਕਰੇ ਵੀ ਗੁਟਕਾ ਚਾਕ ਸਾਹਿਬ ਚੱਕ ਕੇ ਫਿਰ ਸਾਨੂੰ ਮਿਸਯੂਜ਼ ਕਰ ਲਵੇ। ਇਸ ਤਰੀਕੇ ਨਾਲ ਮੈਨੀਫੈਸਟੋ ਕਾਨੂੰਨੀ ਆਧਾਰਾ ਹੋਣਾ ਚਾਹੀਦਾ। ਅਸੀਂ ਪਿਛਲੀ ਵਾਰ ਵੀ ਚੋਣ ਕਮਿਸ਼ਨ ਕੋਲ ਗਏ ਸੀ ਜਥੇਬੰਦੀ BKU ਕਾਦੀਆਂ, ਹੁਣ ਵੀ ਜਾਵਾਂਗੇ ਵੀ ਜਿਹੜਾ ਮੈਨੀਫੈਸਟੋ ਬਣੇ ਉਹਨੂੰ ਕਾਨੂੰਨ ਦੇ ਅਧਿਕਾਰ ਥੱਲੇ ਲਿਆਉਣ। ਜੇ ਉਹ ਸਰਕਾਰ 1 ਸਾਲ ਜਾਂ 2 ਸਾਲ 'ਚ ਵਾਅਦਾ ਕਰਦੀ ਹੈ ਵੀ ਆਹ ਕੰਮ ਕਰਾਂਗੇ, ਜੋ ਵੀ ਜਿਹੜੀ ਅਦਾਰੇ ਨਾਲ ਗੱਲ ਵਾਅਦਾ ਕਰੂਗੀ, ਉਹ ਜੇ ਕੰਮ ਨਹੀਂ ਕਰਦੀ ਤਾਂ ਉਹ ਬਰਖਾਸਤ ਕੀਤੀ ਜਾਵੇ। ਕੋਈ ਡਰ ਤਾਂ ਹੋਵੇ ਉਹਨਾਂ ਨੂੰ। ਚੋਣ ਮੈਨੀਫੈਸਟੋ ਏਡੇ ਵੱਡੇ ਲਿਖ ਦਿੰਦੇ ਆ, ਵਾਅਦਾ ਉਹਦੇ 'ਚੋਂ 10% 15% ਵੀ ਨਹੀਂ ਪੂਰਾ ਕਰਦੇ, ਤਾਂ ਸਾਰੇ ਲੋਕਾਂ ਨੂੰ ਐਂ ਲੱਗਦਾ ਵੀ ਅਸੀਂ ਠੱਗੇ ਗਏ। ਹਰ ਪਾਰਟੀ ਨੂੰ ਟਰਾਈ ਕਰਕੇ ਲੋਕਾਂ ਨੇ ਦੇਖ ਲਿਆ, ਹਰ ਤਰੀਕੇ ਨਾਲ ਉਹ ਐਂ ਲੱਗ ਰਿਹਾ ਵੀ ਮੈਨੀਫੈਸਟੋ ਵੱਡਾ ਲਿਖ ਦਿੰਦੇ ਆ ਤੇ ਉਹ ਠੱਗੇ ਮਹਿਸੂਸ ਕਰ ਰਹੇ ਆ ਬਾਅਦ 'ਚ। ਉਹ ਨਾ ਹੋਵੇ। ਦੂਜਾ, ਜਿਹੜੀ ਵੋਟਿੰਗ ਆ ਉਹ ਬੈਲਟ ਪੇਪਰ ਤੇ ਹੋਵੇ। ਜਿਹੜੇ ਆਮ ਵੋਟਰ ਵੋਟ ਪਾਉਂਦੇ ਆ, ਉਹਦੀ ਵੋਟ ਉਹਨੂੰ ਲੱਗੇ ਵੀ ਮੇਰੀ ਇਹ ਵੋਟ ਪਈ ਆ ਤਾਂ ਇਹਦੀ ਗਿਣਤੀ ਹੋਵੇ, ਤੇ ਸਹੀ ਗਿਣਤੀ, ਫੇਅਰ ਐਂਡ ਫਾਈਨ ਮਤਲਬ ਵੋਟਿੰਗ ਹੋਵੇ। ਅਸੀਂ ਉਹਦੇ ਵਿੱਚ ਸਮਰਥ ਜ਼ਰੂਰ ਕਰਾਂਗੇ। ਜੀ, ਤਾਂ ਬਹੁਤ ਬਹੁਤ ਧੰਨਵਾਦ ਹਰਮੀਤ ਕਾਦੀਆਂ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਇਹ ਸਨ ਕਿਸਾਨ ਆਗੂ ਹਰਮੀਤ ਕਾਦੀਆਂ, ਜਿਨ੍ਹਾਂ ਨਾਲ ਕਿਸਾਨ ਜੋ ਡਟੇ ਹੋਏ ਨੇ ਬਾਰਡਰਾਂ ਤੇ ਮੋਰਚਾ ਉਹਨਾਂ ਦੁਆਰਾ ਲਗਾਇਆ ਗਿਆ, ਉਸ ਦੇ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਸਾਫ਼ ਕਿਹਾ ਕਿ ਜੋ ਸੰਯੁਕਤ ਕਿਸਾਨ ਮੋਰਚਾ ਉਹ ਅੱਜ ਵੀ ਸੰਯੁਕਤ ਹੈ। ਜਦੋਂ ਤੱਕ ਖੇਤੀ ਦੇ ਜੋ 3 ਕਾਨੂੰਨ ਨੇ ਉਹ ਰੱਦ ਨਹੀਂ ਹੋਣਗੇ ਤਾਂ ਇਸੇ ਤਰ੍ਹਾਂ ਡਟੇ ਰਹਿਣਗੇ। ਫਿਲਹਾਲ ਹੁਣ ਤੱਕ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।